नानक पूरक राम सतगुर चरणी लगिया। धन धन गुरदेव जिस संग हर जपे। गुर कृपाल जब पए ता अवगुण सब छपे। बूक उचरै शास्त्र खट पिंग गिरन चढ़ जाए। अंध लखै बदरौ सुनै जो काल कृपा कराए। कहाँ बुद्ध प्रभ तुछ हमारी बरन सको महिमा जो तिहारी। हम ना सकत कर सिफत तुम्हारी आप ले हो तुम कथा सुधारी। हम ना सकत कर सिफत तुम्हारी आप ले हो तुम कथा सुधारी। सुको टल गुर सेविया अहन सुसहज सुभाए। दर्शन परसै गुरु कै जन्म मरण दुख जाए। सिफत खसम दी नूर अरसों कुरसों चटिया। तुद डिठे सच्चे पातशाह मल जन्म जन्म दी कटीया। सज्जन सच्चा पातशाह सिर साहांद साहो। जिस पास बैठिया सोहीए सबना दावे साहो। सतनाम श्री वाहेगुरु साहिब जी। सोरठ महला नौवां। जो नर दुख मह दुख नहीं मानै सुख स्नेहो अर पै नहीं जाकै। कंचन माटी मानै जो नर दुख मह दुख नहीं मानै सुख स्नेहो अर पै नहीं जाकै। कंचन माटी मानै रहाओ। नह निंदिया नह उस्तुत जाकै लोभ मोह अभिमाना। हरख सोगति रह न्यारो नाहि मान अपमाना। आसा मनसा सगल त्यागै जागती रह निराशा। काम क्रोध जे परसै नाहन
ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਲੀ ਸੰਗ ਪਾਲੀ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਦੇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਲੀ ਸੰਗ ਪਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦਾ ਅਵਤਾਰ, ਵਾਲੀਏ ਦੋ ਜਹਾਂ ਮੁਜਸਮੇ ਆਬੇ ਹਯਾਤ। ਗਰੀਬ ਨਵਾਜ ਪਤਿਤ ਪਾਵਨ, ਭਗਤ ਵਸ਼ਲ ਕਰੁਣਾ ਨਿਧਾਨ। ਅੰਤਰਜਾਮੀ ਸਤਿਗੁਰੂ ਧੰਨ ਗੁਰਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਰ ਪਵਿੱਤਰ ਹਜ਼ੂਰੀ 'ਚ ਸੁਸੱਜਤ ਹੋ ਬੈਠੀ ਸਮਸਤ ਗੁਰ ਰੂਪ ਗੁਰ ਖਾਲਸਾ ਸਾਧ ਸੰਗਤ। ਆਪਾਂ ਸਾਰੇ ਹੀ ਮਾਈ ਭਾਈ ਸੰਗਤਾਂ ਅਤਿਅੰਤ ਸੁਭਾਗਸ਼ਾਲੀ ਹਾਂ, ਜੋ ਗਰੀਬ ਨਵਾਜ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੇ ਹਾਂ। ਸਤਿਕਾਰਯੋਗ ਸਾਧ ਸੰਗਤ, ਗਰੀਬ ਨਵਾਜ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਵਿੱਚ ਆਪਾਂ ਗੁਰੂ ਕੇ ਹਜ਼ੂਰੀ ਕੀਰਤਨੀਆਂ ਪਾਸੋਂ ਗੁਰਬਾਣੀ ਦਾ ਰਸ ਪਿਨਾ ਕੀਰਤਨ ਸਰਵਣ ਕੀਤਾ। ਪਾਵਨ ਗੁਰ ਸ਼ਬਦ ਦੀ ਵਿਚਾਰ ਦਾ ਸਮਾਂ ਹੋਇਆ। ਸਤਿਗੁਰਾਂ ਦੇ ਦੁਆਰਾ ਪ੍ਰਕਾਸ਼ਿਤ ਪਾਵਨ ਮੁਖ ਵਾਕ ਦੀ ਵਿਚਾਰ ਸਰਵਣ ਕਰਕੇ ਜੀਵਨ ਸਫਲਾ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਓ ਰਸਨਾ ਨੂੰ ਪਵਿੱਤਰ ਕਰੀਏ। ਕੋਈ ਵੀ ਰਸਨਾ ਬਾਂਝੀ ਨਾ ਰਹੇ। ਮਨ ਅਤੇ ਬਿਰਤੀਆਂ ਨੂੰ ਇਕਾਗਰ ਕਰਕੇ ਪ੍ਰੇਮ ਅਦਬ ਦੇ ਸਮੇਤ ਜਪਣਾ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨੌਵਾਂ। ਜੋ ਨਰ ਦੁਖ ਮਹਿ ਦੁਖ ਨਹੀਂ ਮਾਨੈ। ਸਤਿਕਾਰਯੋਗ ਸਾਧ ਸੰਗਤ, ਸੋਰਠ ਪਾਵਨ ਰਾਗ ਦਾ ਨਾਮ ਹੈ। ਸੋਰਠ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ, ਨਵਵੇਂ ਸਰੂਪ, ਨੌਵੇਂ ਨਾਨਕ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਪਾਰ ਬਖਸ਼ਿਸ਼ ਕਰ ਰਹੇ ਨੇ। ਆਪਣੇ ਸਾਰਿਆਂ ਤਾਈਂ ਪਾਵਨ ਮੁਖ ਵਾਕ ਦੇ ਦੁਆਰਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜੋ ਨਰ ਦੁਖ ਮਹਿ ਦੁਖ ਨਹੀਂ ਮਾਨੈ। ਸਤਿਕਾਰਯੋਗ ਸਾਧ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਪਾਵਨ ਸ਼ਬਦ ਦੇ ਦੁਆਰਾ ਪੂਰਨ ਪੁਰਖ ਦੇ ਲੱਛਣ, ਜੀਵਨ ਮੁਕਤ ਪੁਰਸ਼ ਦੇ ਲੱਛਣ ਸਾਡੇ ਤਾਈਂ ਜਣਾਉਂਦੇ ਨੇ। ਜੀਵਨ ਮੁਕਤ ਜੋ ਪ੍ਰਾਣੀ ਹੈ, ਜਿਨੇ ਜੀਵਨ ਦੇ ਵਿੱਚ ਰਹਿੰਦੇ ਆ ਮੋਕਸ਼ ਦੀ ਪਦਵੀ ਨੂੰ ਪ੍ਰਾਪਤ ਕਰ ਲਿਆ, ਜੋ ਸੰਸਾਰ ਦੇ ਦੁੱਖਾਂ ਰੋਗਾਂ ਸੋਗਾਂ ਗਮਾਂ ਬੰਧਨਾਂ ਤੋਂ ਰਹਿਤ ਹੋ ਗਿਆ, ਉਸ ਪੁਰਖ ਦੇ ਕੈਸੇ ਲੱਛਣ ਹੈ।
ਸਾਹਿਬ ਜੀ ਨੇ ਫਰਮਾਇਆ ਜੋ ਨਰ ਦੁਖ ਮੈਂ ਦੁਖ ਨਹੀਂ ਮਾਨਾ। ਜੋ ਅਰਥਾਤ ਜਿਹੜਾ ਭਾਈ, ਜਿਹੜਾ ਪ੍ਰਾਣੀ, ਜਿਹੜਾ ਇਨਸਾਨ, ਜਿਹੜਾ ਸਿੱਖ, ਜਿਹੜਾ ਸੰਤ ਦੁੱਖ ਦਾ ਸਮਾਂ ਆਉਣ ਦੇ ਉੱਪਰ ਦੁੱਖ ਨੂੰ ਨਹੀਂ ਮੰਨਦਾ, ਭਾਵ ਸਰੀਰ ਦੇ ਉੱਪਰ ਦੁੱਖ ਆ ਗਿਆ, ਦੁੱਖ ਤੋਂ ਭਾਵ ਹੁੰਦਾ ਕਠਨ ਅਵਸਥਾ। ਦੋ ਨਾਮ ਹੁੰਦਾ ਦੁਰ ਦਾ, ਖ ਨਾਮ ਹੁੰਦਾ ਖਬਣ ਦਾ। ਦੁਰ ਕਹਿੰਦੇ ਨੇ ਕਠਨ ਨੂੰ, ਖਬਣ ਕਹਿੰਦੇ ਨੇ ਸਹਾਰਨ ਨੂੰ। ਸਰੀਰ ਦੀ ਉਹ ਅਵਸਥਾ ਜੋ ਸਹਾਰਨ ਦੇ ਵਿੱਚ ਕਠਨ ਹੋਵੇ, ਜਿਹਨੂੰ ਸਹਿਣ ਕਰਨਾ ਔਖਾ ਹੋਵੇ, ਉਸੇ ਨੂੰ ਦੁੱਖ ਕਹਿੰਦੇ ਆ, ਜੋ ਸਹਾਰਨ ਚ ਕਠਨ ਹੋਵੇ। ਸਰੀਰ ਦੀ ਉਸ ਅਵਸਥਾ ਦਾ ਨਾਮ ਦੁੱਖ ਹੈ। ਉਹ ਅਵਸਥਾ ਆਉਣ ਦੇ ਉੱਪਰ, ਦੁੱਖ ਰੂਪ ਅਵਸਥਾ ਆਉਣ ਦੇ ਉੱਪਰ, ਸਮਾਂ ਐਸਾ ਆਉਣ ਦੇ ਉੱਪਰ ਜਿਹੜਾ ਪ੍ਰਾਣੀ, ਜਿਹੜਾ ਗੁਰੂ ਕਾ ਸਿੱਖ, ਜਿਹੜਾ ਮਹਾਤਮਾ ਦੁੱਖ ਨਹੀਂ ਮਾਨੈ, ਦੁੱਖ ਨੂੰ ਕਬੂਲਦਾ ਹੀ ਨਹੀਂ, ਉਹ ਸਦਾ ਆਨੰਦ ਦੇ ਵਿੱਚ ਰਹਿੰਦਾ, ਸਦਾ ਹੀ ਪ੍ਰਸੰਨਤਾ ਦੇ ਵਿੱਚ ਆ, ਸਦਾ ਹੀ ਖੇੜੇ ਦੇ ਵਿੱਚ ਆ। ਸਰੀਰ ਦੇ ਉੱਪਰ ਦੁੱਖ ਆ ਗਿਆ, ਕਸ਼ਟ ਆ ਗਿਆ, ਦੁੱਖ ਤੇ ਸੁੱਖ ਇਹ ਦੋਨਾਂ ਦਾ ਸਰੀਰ ਦੇ ਉੱਪਰ ਆ ਜਾਣਾ ਸੁਭਾਵਿਕ ਹੈ। ਸੰਸਾਰ ਦੇ ਉੱਪਰ ਜੋ ਵੀ ਪ੍ਰਾਣੀ ਆਉਂਦਾ ਉਹਨੂੰ ਦੁੱਖ ਤੇ ਸੁੱਖ ਦੋਨੇ ਸਹਾਰਨੇ ਪੈਂਦੇ ਆ। ਸੰਜੋਗ ਕਰਕੇ ਦੋਨੀ ਆ ਵੀ ਜਾਂਦੇ ਆ, ਸਮੇਂ ਨਾਲ ਦੁੱਖ ਵੀ ਆ ਜਾਂਦਾ, ਸੁੱਖ ਵੀ ਆ ਜਾਂਦਾ। ਬੰਦੇ ਦਾ ਸੁਭਾਅ ਕਿਹੋ ਜਿਹਾ ਵੀ ਜਦੋਂ ਇਹਦੇ ਉੱਪਰ ਦੁੱਖ ਆਉਂਦਾ ਨਾ, ਉਦੋਂ ਇਹ ਬਹੁਤਾ ਗਮ ਕਰਦਾ। ਇਹ ਮਨੁੱਖੀ ਸੁਭਾਅ ਹੈ। ਜਦੋਂ ਦੁੱਖ ਆਇਆ ਉਦੋਂ ਬਹੁਤਾ ਦੁੱਖ ਮਨਾਉਣਾ, ਬਹੁਤਾ ਗਮ ਕਰਨਾ। ਉਹ ਕਠਨ ਸਮਾਂ ਜਾਣ ਕੇ ਫਿਰ ਜੀਵ ਹੈ ਜਿਹੜਾ ਬਹੁਤਾ ਗਮ ਕਰਦਾ, ਸੋਗ ਮਨਾਉਂਦਾ, ਇਹ ਤੋਂ ਦੁੱਖ ਸਹਾਰਿਆ ਨਹੀਂ ਜਾਂਦਾ, ਦੁੱਖ ਨਹੀਂ ਸਹਿਣ ਕੀਤਾ ਜਾਂਦਾ। ਫਿਰ ਬਹੁਤਾ ਪੀੜਾ ਦੇਖ ਕੇ, ਕਸ਼ਟ ਦਾ ਸਮਾਂ ਦੇਖ ਕੇ, ਤੰਦਦਸਤੀ ਦੇਖ ਕੇ ਫਿਰ ਕੀ ਹੁੰਦਾ ਵੀ ਕਹਿੰਦੇ ਬਹੁਤਾ ਹੀ ਗਮ ਕਰਦਾ, ਬਹੁਤਾ ਵਿਰਲਾਪ ਕਰਦਾ, ਬਹੁਤਾ ਰੋਂਦਾ, ਬਹੁਤੀਆਂ ਧਾਹਾਂ ਮਾਰਦਾ। ਇਹ ਮਨੁੱਖ ਦਾ ਸੁਭਾਅ ਹੈ। ਤੇ ਜਦੋਂ ਸੁੱਖ ਆ ਜਾਂਦਾ ਉਸੇ ਤਰ੍ਹਾਂ ਹੀ ਫਿਰ ਜਦੋਂ ਸੁੱਖ ਆਉਂਦਾ ਉਦੋਂ ਬਹੁਤੀਆਂ ਖੁਸ਼ੀਆਂ ਮਨਾਉਂਦਾ, ਉਦੋਂ ਬਹੁਤਾ ਆਨੰਦ ਮੰਨਦਾ, ਉਦੋਂ ਬਹੁਤੇ ਫਿਰ ਜਸ਼ਨ ਮਨਾਉਂਦਾ ਜਦੋਂ ਸੁੱਖ ਦਾ ਸਮਾਂ ਆ ਜਾਂਦਾ। ਇਹ ਦੋਨੀ ਸਹਾਰਨ ਦੇ ਵਿੱਚ ਤੇ ਦੋਨੀ ਕਠਨ ਆ। ਜੇ ਸੁੱਖ ਦਾ ਆਖਰੀ ਅਰਥ ਬਣਾਉਂਦੇ ਆ ਤੇ ਸ ਨਾਮ ਸਰਲ ਦਾ ਹੁੰਦਾ, ਖ ਨਾਮ ਖਬਣ ਦਾ ਹੁੰਦਾ। ਜੋ ਸਹਾਰਨ ਦੇ ਵਿੱਚ ਸਰਲ ਹੈ, ਸਹਿਜ ਹੈ, ਉਹਨੂੰ ਸੁੱਖ ਆਖ ਦਿੱਤਾ ਜਾਂਦਾ। ਪਰ ਵਿਦਵਾਨ ਆਖਦੇ ਆ ਵੀ ਸੁੱਖ ਹੈ ਚਾਹੇ ਦੁੱਖ ਹੈ, ਸਹਾਰਨ ਚ ਦੋਨੀ ਕਠਨ ਆ। ਬੰਦੇ ਤੋਂ ਦੋਨੀ ਨਹੀਂ ਝੱਲੇ ਜਾਂਦੇ, ਦੋਨੀ ਨਹੀਂ ਸਹਾਰੇ ਜਾਂਦੇ। ਜਦੋਂ ਸੁੱਖ ਆ ਜਾਂਦਾ ਉਦੋਂ ਵੀ ਫਿਰ ਬੰਦਾ ਜਿਹੜਾ ਬਹੁਤੇ ਜਸ਼ਨ ਮਨਾਉਂਦਾ, ਬਹੁਤੇ ਟਸਨ ਕਰਦਾ, ਉਦੋਂ ਇਹ ਤੋਂ ਸੁੱਖ ਵੀ ਬਰਦਾਸ਼ਤ ਨਹੀਂ ਹੁੰਦਾ, ਸੁੱਖ ਵੀ ਨਹੀਂ ਝੱਲਿਆ ਜਾਂਦਾ। ਤੇ ਦੁੱਖ ਤੇ ਜਿਹੜਾ ਹੈ ਹੀ ਕਠਨ, ਉਹ ਤੇ ਸਹਾਰਨਾ ਬਹੁਤਾ ਔਖਾ। ਦੁੱਖ ਨੂੰ ਝੱਲ ਲੈਣਾ, ਪਿੰਡੇ ਤੇ ਹੜਾ ਲੈਣਾ ਇਤਨਾ ਸਖਾਲਾ ਨਹੀਂ ਜਿਤਨਾ ਕਹਿਣ ਦੇ ਵਿੱਚ ਸਰਲ ਹੈ। ਜਿੰਨਾ ਹੰਡਾਇਆ ਉਹ ਜਾਣਦੇ ਨੇ ਦੁੱਖ ਨੂੰ ਹੰਡਾ ਲੈਣਾ। ਸੋ ਸਾਹਿਬ ਜੀ ਫਰਮਾਨ ਕਰਦੇ ਨੇ ਵੀ ਜਿਹੜਾ ਪ੍ਰਾਣੀ ਗੁਰੂ ਕਿਰਪਾ ਦੇ ਸਦਕੇ, ਰੱਬੀ ਬਖਸ਼ਿਸ਼ ਦੇ ਸਦਕੇ, ਪਰਮਾਤਮਾ ਦੀ ਮਿਹਰ ਦੇ ਸਦਕੇ ਦੁੱਖ ਦਾ ਸਮਾਂ ਆਉਣ ਦੇ ਉੱਪਰ ਦੁੱਖ ਨੂੰ ਮੰਨਣਾ ਨਾ ਕਰੇ। ਦੁੱਖ ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ, ਦੁੱਖ ਨੂੰ ਮੰਨਣਾ ਹੀ ਨਾ ਕਰੇ। ਅਰ ਸੁਖ ਸਨੇਹ ਅਰ ਭੈ ਨਹੀਂ ਜਾ ਕੈ, ਸੁਖ ਦੇ ਨਾਲ ਸਨੇਹ ਕਹਿੰਦੇ ਨੇ ਲਗਾਵ ਨੂੰ, ਹਿਤ ਨੂੰ, ਮੋਹ ਨੂੰ। ਸੁਖ ਦੇ ਨਾਲ ਲਗਾਵ ਹੀ ਕੋਈ ਨਹੀਂ। ਜਿਹਦਾ ਸੁਖ ਨਾਲ ਵੀ ਲਗਾਵ ਨਹੀਂ, ਜਿਹਦੀ
ਜ਼ਰੂਰ ਯਾਦ ਰੱਖਦਾ ਕਿਤੇ ਮੈਂ ਮਰ ਨਾ ਜਾਵਾਂ। ਕਰਦਾ ਉਦੋਂ ਹੀ ਆ ਜਦੋਂ ਕੋਈ ਮੌਤ ਦੇ ਨੇੜੇ ਜੀਵਨ ਦੇ ਵਿੱਚ ਪਦਾਰਥ ਦਾ ਲਗਾਵ ਨਹੀਂ ਹੋਣਾ ਚਾਹੀਦਾ, ਚਾਹੇ ਉਹ ਸੋਨਾ ਹੋਵੇ। ਇਹ ਗੁਰਮੁਖ ਦੇ ਮਨ ਦੀ ਅਵਸਥਾ ਐਸੀ ਹੋਵੇ, ਇਹ ਨਾ ਹੋਵੇ ਵੀ ਸੋਨਾ ਦੇਖ ਕੇ ਗੁਰਮੁਖ ਦਾ ਚਿੱਤ ਡੋਲ ਜੇ। ਸੋਨਾ ਦੇਖਿਆ ਜਾਂ ਕੋਈ ਹੋਰ ਮਹਿੰਗਾ ਮੁਲਵਾਨ ਪਦਾਰਥ ਦੇਖਿਆ, ਕੋਈ ਰਤਨ ਦੇਖਿਆ, ਕੋਈ ਖਣਿਜ ਦੇਖਿਆ ਤੇ ਗੁਰਮੁਖ ਦਾ ਚਿੱਤ ਨਾ ਡੋਲ ਜੇ ਵੀ ਇਹ ਸੋਨਾ। ਗੁਰਮੁਖ ਦੀ ਮਾਨਸਿਕ ਅਵਸਥਾ, ਆਤਮਿਕ ਅਵਸਥਾ ਇੰਨੀ ਕੁਚੀ ਹੋਵੇ ਉਹ ਸੋਨੇ ਨੂੰ ਵੀ ਮਿੱਟੀ ਤੁਲ ਕਰਕੇ ਜਾਣ ਲਵੇ। ਸੁੱਖ ਦੁੱਖ ਦਾ ਉਹਦੇ ਸਰੀਰ ਦੇ ਉੱਪਰ ਕੋਈ ਪ੍ਰਭਾਵ ਨਾ ਹੋਵੇ, ਉਹ ਨਾ ਦੁੱਖ ਮੰਨਣਾ ਕਰੇ ਨਾ ਸੁੱਖ ਮੰਨਣਾ ਕਰੇ। ਐਸੀ ਸਮ ਅਵਸਥਾ ਵਾਲੇ ਬੇਅੰਤ ਗੁਰਮੁਖ ਜਨ ਗੁਰਮਤਿ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਹੋਏ, ਜਿਨ੍ਹਾਂ ਨੇ ਇਹ ਅਵਸਥਾ ਨੂੰ ਮਾਣਿਆ, ਜਿਨ੍ਹਾਂ ਦੇ ਸਰੀਰਾਂ ਦੇ ਉੱਪਰ ਆਰੇ ਵੀ ਚੱਲ ਗਏ। ਭਾਈ ਸਾਹਿਬ ਭਾਈ ਮਤੀ ਦਾਸ ਜੀ, ਉਹਨਾਂ ਦੇ ਸਰੀਰ ਦੇ ਉੱਪਰ ਨੱਕ ਤੋਂ ਚੋਟੀ ਤੱਕ ਆਰਾ ਚੱਲ ਗਿਆ ਤੇ ਉਹਨਾਂ ਨਾ ਤੇ ਦੁੱਖ ਮਨਾਇਆ, ਉਹਨਾਂ ਦੇ ਸਰੀਰ ਦੇ ਉੱਪਰ ਦੁੱਖ ਸੁੱਖ ਦੋਨਾਂ ਦਾ ਕੋਈ ਪ੍ਰਭਾਵ ਹੀ ਨਹੀਂ, ਕੋਈ ਪੀੜਾ ਹੀ ਨਹੀਂ ਆਈ, ਉਹਨਾਂ ਨੇ ਮੰਨਣੀ ਨਹੀਂ ਕੀਤੀ ਕੋਈ ਪੀੜਾ। ਭਾਈ ਸਾਹਿਬ ਭਾਈ ਦਿਆਲ ਦਾਸ ਜੀ, ਉਹਨਾਂ ਨੂੰ ਉਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ। ਭਾਈ ਸਾਹਿਬ ਭਾਈ ਸਤੀ ਦਾਸ ਜੀ, ਉਹਨਾਂ ਨੂੰ ਰੂਹ ਦੇ ਵਿੱਚ ਲਪੇਟ ਕਰਕੇ ਉੱਥੇ ਸਾੜ ਦੇਣਾ ਕੀਤਾ। ਉਹਨਾਂ ਉੱਪਰ ਕੋਈ ਪ੍ਰਭਾਵ ਨਹੀਂ ਪਿਆ, ਉਹਨਾਂ ਇਸ ਦੁੱਖ ਦੇ ਪ੍ਰਭਾਵ ਨੂੰ ਨਹੀਂ ਕਬੂਲਿਆ ਉਸ ਸਮੇਂ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਖੋਪਰ ਅਵਤਾਰ ਦੇਣਾ ਕੀਤਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਬੰਦ ਕੱਟ ਦੇਣਾ ਕੀਤਾ ਜ਼ਾਲਮਾਂ। ਉਹਨਾਂ ਰਤਾ ਵੀ ਪ੍ਰਵਾਹ ਨਹੀਂ ਕੀਤੀ, ਮੁਖ ਚੋਂ ਇੱਕ ਵਾਰ ਸੀ ਵੀ ਨਹੀਂ ਕਹੀ। ਬਾਬਾ ਜੀ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ, ਉਹਨਾਂ ਦਾ ਜਮੂਰਾਂ ਦੇ ਨਾਲ ਜ਼ਾਲਮਾਂ ਵੱਲੋਂ ਮਾਸ ਖਿੱਚਿਆ ਗਿਆ ਤੇ ਬਿਆਨ ਕਰਨ ਦੇ ਵਿੱਚ ਬੜੀ ਕਠਿਨ ਗੱਲ ਹੈ, ਕਹਿਣ 'ਚ ਸੌਖੀ ਹੋ ਸਕਦੀ ਹੈ, ਪਰ ਜਿਸ ਗੱਲ ਨੂੰ ਮਹਿਸੂਸ ਕਰਕੇ ਦੇਖੀਏ, ਥੋੜਾ ਜਿਹਾ ਸੁਰਤ ਦਾ ਜਿਹੜਾ ਦਾਇਰਾ ਨਾ ਉਹਨੂੰ ਚੱਕ ਕੇ ਉੱਥੇ ਲੈ ਜਾਈਏ। ਬਾਬਾ ਬੰਦਾ ਸਿੰਘ ਬਹਾਦਰ ਸਾਹਿਬ,
ਉਹਨਾਂ ਦੇ ਮੁਖ ਦੇ ਵਿੱਚ ਉਹਨਾਂ ਦੇ ਪੁੱਤ ਦਾ ਕਾਲਜਾ ਕੱਢ ਕੇ ਜ਼ਾਲਮਾਂ ਨੇ ਪਾਇਆ। ਪੁੱਤ ਦਾ ਹਿਰਦਾ ਕੱਢ ਕੇ, ਪੁੱਤ ਦੇ ਸੂਈ ਵੱਜੀ ਜਰਨੀ ਔਖੀ ਹੋ ਜਾਂਦੀ, ਪੁੱਤ ਦੇ ਸੂਈ ਵੱਜ ਜੇ ਨਾ ਤੇ ਮਾਤਾ ਪਿਤਾ ਉੱਠ ਕੇ ਭੱਜ ਤੁਰਦੇ ਨੇ। ਦੁੱਖ ਬੜਾ ਸਹਾਰਨਾ ਕਠਨ ਆ, ਉਹ ਵੀ ਪੁੱਤ ਦਾ ਦੁੱਖ ਹੋਵੇ। ਮਾਤਾ ਪਿਤਾ ਦਾ ਪੁੱਤਰਾਂ ਧੀਆਂ ਨਾਲ ਬਹੁਤਾ ਲਗਾਵ ਹੁੰਦਾ। ਪਰ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ, ਜ਼ਾਲਮਾਂ ਨੇ ਪੁੱਤ ਦਾ ਕਾਲਜਾ ਕੱਢ ਕੇ ਉਹਨਾਂ ਦੇ ਮੁਖ 'ਚ ਪਾਇਆ ਤੇ ਰਤਾ ਵੀ ਮੁਖ ਤੋਂ ਸੀ ਨਹੀਂ ਉਚਰੀ। ਉਸ ਅਵਸਥਾ ਦਾ ਨਾਮ ਸਮ ਅਵਸਥਾ ਹੈ ਤੇ ਇਸੇ ਅਵਸਥਾ ਨੂੰ ਜਿਹੜੇ ਹੰਡਾਉਣ ਵਾਲੇ ਗੁਰਮੁਖ ਪੁਰਸ਼ ਹੈ, ਮਹਾਰਾਜ ਸਾਹਿਬ ਕਹਿੰਦੇ ਉਹ ਭਾਈ ਦੁੱਖ 'ਚ ਵੀ ਦੁੱਖ ਨਹੀਂ ਮੰਨਦੇ, ਸੁੱਖ ਦੇ ਨਾਲ ਉਹਨਾਂ ਦਾ ਲਗਾਵ ਹੀ ਕੋਈ ਨਹੀਂ। ਪਦਾਰਥਾ ਭਾਵਨੀ ਤੋਂ ਇੰਨੇ ਨਿਰਲੇਪ ਹੈ ਕਿ ਉਹ ਸੋਨੇ ਨੂੰ ਵੀ ਮਿੱਟੀ ਕਰਕੇ ਜਾਣਦੇ ਹਨ। ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਨਹਿ ਨੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ। ਉਹ ਜਿਹੜੇ ਗੁਰਮੁਖ ਪੁਰਸ਼ ਹੈ, ਜੀਵਨ ਮੁਕਤ ਅਵਸਥਾ ਨੂੰ ਮੰਨਣ ਵਾਲੇ ਜਿਹੜੇ ਗੁਰਮੁਖ ਹੈ, ਸਾਹਿਬ ਫਰਮਾਉਂਦੇ ਨੇ ਨਹਿ ਨਿੰਦਿਆ ਨਹਿ ਉਸਤਤ ਜਾਕੈ। ਭਾਈ ਉਹ ਨਾ ਤੇ ਕਿਸੇ ਦੀ ਨਿੰਦਿਆ ਕਰਨ ਦੇ ਵਿੱਚ ਲਗਾਵ ਰੱਖਦੇ ਆ, ਨਹਿ ਉਸਤਤ ਜਾਕੈ, ਨਾ ਹੀ ਉਹ ਕਿਸੇ ਦੀ ਜਿਹੜੀ ਉਹ ਅਤ ਕਥਨੀ ਦੀ ਜਿਹੜੀ ਵਡਿਆਈ ਕਰਨੀ ਆ ਉਹ ਉਸਤਤੀ ਕਰਦੇ ਆ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਉਹਨਾਂ ਦਾ ਦੋਨਾਂ ਗੱਲਾਂ ਨਾਲ ਹੀ ਕੋਈ ਲਗਾਵ ਨਹੀਂ, ਨਾ ਤੇ ਨਿੰਦਿਆ ਦੇ ਨਾਲ ਨਾ ਹੀ ਵਡਿਆਈ ਦੇ ਨਾਲ। ਇਹ ਨਿੰਦਿਆ ਤੇ ਉਸਤਤਾ ਜਿਹੜੇ ਦੋਨੇ ਇਹ ਮੇਰ ਤੇਰ ਦੇ ਵਿੱਚੋਂ ਪੈਦਾ ਹੁੰਦੇ ਨੇ, ਦਵੈਸ਼ ਭਾਵ ਚੋਂ ਪੈਦਾ ਹੁੰਦੇ ਨੇ। ਜੋ ਦਵੈਸ਼ੀ ਪ੍ਰਾਣੀ ਆ, ਦਵੈਸ਼ ਕਹਿੰਦੇ ਨੇ ਈਰਖਾ ਨੂੰ, ਜਿਹੜਾ ਕਿਸੇ ਨਾਲ ਈਰਖਾ ਕਰਦਾ ਤੇ ਜਾਂ ਕਿਸੇ ਨਾਲ ਬੰਦਾ ਇਹ ਲਗਾਵ ਕਰਦਾ, ਦੋ ਗੱਲਾਂ ਹੁੰਦੀਆਂ, ਇੱਕ ਦਵੈਸ਼ ਇੱਕ ਰਾਗ। ਰਾਗ ਕਹਿੰਦੇ ਆ ਮੋਹ ਨੂੰ। ਦਵੈਸ਼ ਤੇ ਰਾਗ ਦੇ ਵਿੱਚ ਆ ਕੇ ਬੰਦਾ ਈਰਖਾ ਤੇ ਮੋਹ ਚ ਆ ਕੇ ਦੋਨੇ ਕਰਦਾ। ਜਿਹਦੇ ਨਾਲ ਈਰਖਾ ਉਹਦੇ ਗੁਣ ਔਗਣ ਪ੍ਰਗਟ ਕਰਦਾ, ਉਹਦੇ ਔਗਣ ਦੱਸਦਾ ਦੂਜਿਆਂ ਨੂੰ, ਔਗਣ ਵਧਾ ਚੜਾ ਕੇ ਦੱਸਦਾ ਬਹੁਤ ਸਾਰੇ। ਫਿਰ ਔਗਣ ਜਦੋਂ ਕਿਸੇ ਦੀ ਨਿੰਦਿਆ ਕਰਦਾ ਬੰਦਾ, ਉਦੋਂ ਕੀ ਕਰਦਾ ਵੀ ਬਹੁਤ ਸਾਰੀਆਂ ਬਾਤਾਂ ਉਹ ਵੀ ਦੱਸਦਾ ਕੋਲੋਂ ਜਿਹੜੀਆਂ ਹੁੰਦੀਆਂ ਹੀ ਨਹੀਂ, ਮਿਥਿਆ ਹੀ ਕੋਲ ਹੀ ਬਣਾ ਕਰਕੇ ਕਹਿ ਦਿੰਦਾ, ਝੂਠ ਹੀ ਬੋਲੀ ਜਾਂਦਾ। ਉਸ ਗੱਲ ਦਾ ਨਾਮ ਹੈ ਨਿੰਦਿਆ। ਜਿੱਦਾਂ ਆਖਦੀ ਹੈ ਵੀ ਫੁੱਲ ਨੂੰ ਵੀ ਕੰਡਾ ਆਖੀ ਜਾਣਾ ਹੈ, ਫੁੱਲ ਫੁੱਲ ਨੂੰ ਕੰਡਾ ਕਹਿ ਕੇ ਬਿਆਨ ਕਰਨਾ ਉਹ ਕੀ ਹੈ, ਨਿੰਦਿਆ ਹੈ। ਤੇ ਫੁੱਲ ਤੇ ਉਹਦੇ ਨਾਲ ਈਰਸ਼ਾ ਇੰਨੀ ਆ, ਈਰਸ਼ਾ ਕਰਕੇ ਬੰਦਾ ਫਿਰ ਜਦੋਂ ਫੁੱਲ ਨਾਲ ਈਰਸ਼ਾ ਹੋ ਜੇ ਤੇ ਫਿਰ ਫੁੱਲ ਨੂੰ ਵੀ ਕੰਡੇ ਹੀ ਦੱਸਦਾ, ਕਹਿੰਦਾ ਤੇ ਕੰਡਾ ਇਹਦੀ ਤੇ ਦੁਰਗੰਧ ਮਾੜੀ ਹੈ, ਇਹਦੇ ਤੇ ਹੇਠਾਂ ਕੰਡਾ ਲੱਗਿਆ ਹੋਇਆ, ਫੁੱਲ ਨੂੰ ਹੱਥ ਲਾਓ ਤੇ ਕੰਡਾ ਵੱਜ ਜਾਂਦਾ। ਉਹ ਕੀ ਹੋ ਗਈ, ਫੁੱਲ ਦੀ ਨਿੰਦਿਆ। ਜਦੋਂ ਬੰਦਾ ਰਾਗ ਦੇ ਵਿੱਚ ਹੁੰਦਾ, ਸਨੇਹ ਦੇ ਵਿੱਚ ਹੁੰਦਾ ਪ੍ਰਾਣੀ, ਉਦੋਂ ਫਿਰ ਵਡਿਆਈ ਕਰਦਾ। ਉਦੋਂ ਫਿਰ ਜਿਹਦਾ ਇੱਕ ਗਾਉਣਾ ਜਾਂ ਦੋ ਗਾਉਣਾ, ਉਹ ਇੱਕ ਦੋ ਨੂੰ ਵੀ ਵਧਾ ਕੇ ਫਿਰ ਆਪਦੇ ਕੋਲੋਂ ਬਹੁਤੇ ਬਣਾ ਕੇ ਦੱਸਦਾ, ਅਤ ਕਥਨੀ ਕਰ ਦਿੰਦਾ, ਗੁਣ ਬਿਆਨ ਕਰਦੇ ਆ, ਉਪਮਾ ਕਰਦੇ, ਉਹਨੂੰ ਉਸਤਤ ਕਹਿੰਦੇ ਆ। ਉਹ ਦੂਜਿਆਂ ਦੀ ਫਿਰ ਉਸਤਤ ਕਰਦਾ ਜਦੋਂ ਕਿਸੇ ਦੀ ਜਿਹਦੇ ਨਾਲ ਲਗਾਵ ਹੈ, ਜਿਹਦੇ ਨਾਲ ਸਨੇਹ ਹੈ, ਜਿਹਦੇ ਨਾਲ ਪ੍ਰੇਮ ਹੈ, ਉਹਦੀ ਬੰਦਾ ਉਸਤਤ ਕਰੀ ਜਾਂਦਾ, ਉਪਮਾ ਕਰੀ ਜਾਂਦਾ, ਬਹੁਤੀ ਵਧਾ ਚੜਾ ਕੇ ਕਰਦਾ। ਤੇ ਸਾਹਿਬ ਜੀ ਕਹਿੰਦੇ ਵੀ ਜਦੋਂ ਦੋਨੇ ਕਰਦਾ ਨਾ, ਦੋਨਾਂ 'ਚ ਹੀ ਬੰਦਾ ਝੂਠ ਜ਼ਰੂਰ ਬੋਲ ਦਿੰਦਾ। ਕਿਸੇ ਸਨੇਹੀ ਦੀ ਵਡਿਆਈ ਕਰਦਾ, ਉਹ ਵੀ ਮੱਲੋ ਮੱਲੀ ਥੋੜੀ ਜਿਹੀ ਆਪਦੇ ਕੋਲੋਂ ਜ਼ਿਆਦਾ ਕਰ ਦਿੰਦਾ, ਉੱਥੇ ਵੀ ਝੂਠ ਬੋਲਦਾ। ਜਦੋਂ ਕਿਸੇ ਵਿਰੋਧੀ ਦੀ ਕਿਸੇ ਨਾਲ ਈਰਸ਼ਾ ਰੱਖ ਕਰਕੇ ਨਿੰਦਿਆ ਕਰਦਾ, ਕਿਸੇ ਨੂੰ ਭੰਡਦਾ, ਕਿਸੇ ਦੇ ਔਗਣ ਬਿਆਨ ਕਰਦਾ, ਤੇ ਉਦੋਂ ਫਿਰ ਉਹ ਵੀ ਕੋਲੋਂ ਥੋੜੇ ਜਿਹੇ ਜ਼ਿਆਦਾ ਵੱਧ ਕਰ ਦਿੰਦਾ, ਉੱਥੇ ਵੀ ਝੂਠ ਬੋਲਿਆ ਜਾਂਦਾ। ਤੇ ਸਾਧ ਸੰਗਤ ਜਿੱਥੇ ਝੂਠ ਆ ਜੇ ਨਾ, ਉੱਥੇ ਸਾਹਿਬ ਜੀ ਕਹਿੰਦੇ ਪਾਪ ਆ ਜਾਂਦਾ। ਉੱਥੇ ਪਾਪ ਹੈ ਜਿੱਥੇ ਝੂਠ ਹੈ। ਇਹ ਝੂਠ ਦੇ ਵਿੱਚੋਂ ਪਾਪ ਪੈਦਾ ਹੋ ਜਾਂਦਾ, ਧਰਮ ਖਤਮ ਹੋ ਜਾਂਦਾ। ਸਾਹਿਬ ਜੀ ਨੇ ਸਿੱਖ ਨੂੰ ਖਾਸ ਉਪਦੇਸ਼ ਕੀਤਾ, ਕਹਿੰਦੇ ਬੋਲੀ ਹੈ ਧਰਮ ਸੱਚ, ਝੂਠ ਨਾ ਹੈ ਬੋਲੀ ਹੈ। ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀ ਹੈ। ਉਹ ਗੁਰੂ ਕਿਹਾ ਸਿੱਖਾ, ਮੁਰੀਦ ਕਹਿੰਦੇ ਨੇ ਸਿੱਖ ਨੂੰ, ਮੁਰੀਦਾ ਸਿੱਖਾ
ਬੋਲੀਐ ਧਰਮ ਸੱਚ, ਜੇ ਧਰਮ ਦੇ ਰਾਹ ਤੇ ਚੱਲਦਾ ਈ ਧਰਮੀ ਅਖਵਾਉਣਾ ਆਪਣੇ ਆਪ ਨੂੰ, ਤੈਂ ਧਰਮ ਦਾ ਲਿਬਾਸ ਪਹਿਨਿਆ ਤੇ ਬੋਲੀਐ ਸੱਚ। ਫਿਰ ਸਾਹਿਬ ਕਹਿੰਦੇ ਸੱਚ ਬੋਲ, ਮੁਖੋਂ ਸੱਚ ਬਿਆਨ ਕਰ, ਝੂਠ ਨਾ ਹੈ ਬੋਲੀਐ। ਗੁਰੂ ਕੇ ਸਿੱਖ ਦੇ ਜੀਵਨ 'ਚ ਝੂਠ ਦੀ ਕੋਈ ਵੀ ਥਾਂ ਨਹੀਂ। ਗੁਰੂ ਕੇ ਸਿੱਖ ਨੇ ਮੁਖੋਂ ਝੂਠ ਨਹੀਂ ਬੋਲਣਾ, ਕਿਉਂਕਿ ਜਿੱਥੇ ਝੂਠ ਆ ਉੱਥੇ ਪਾਪ ਆ। ਝੂਠ ਕਰਕੇ ਪਾਪ ਪੈਦਾ ਹੁੰਦਾ ਹੈ ਤੇ ਝੂਠ ਕਰਕੇ ਧਰਮ ਖਤਮ ਹੋ ਜਾਂਦਾ, ਧਰਮ ਨਹੀਂ ਰਹਿ ਜਾਂਦਾ। ਜੇ ਧਰਮ ਹੀ ਅਖਵਾਉਣਾ, ਧਰਮ ਦੇ ਮਾਰਗ ਤੇ ਚੱਲਦਾ, ਫਿਰ ਸਾਹਿਬ ਕਹਿੰਦੇ ਸੱਚ ਬੋਲ, ਬੋਲੀਐ ਧਰਮ ਸੱਚ, ਝੂਠ ਨਾ ਹੈ ਬੋਲੀਐ। ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਐ। ਮੁਰੀਦ ਸਿੱਖ ਨੂੰ ਕਹਿੰਦੇ ਉਹ ਸਿੱਖਾ, ਭਾਈ ਗੁਰੂ ਕੇ ਦੱਸੇ ਰਾਹ ਦੇ ਉੱਪਰ ਚੱਲਣਾ ਕਰ। ਵਾਟ ਰਾਹ ਨੂੰ ਕਹਿੰਦੇ ਨੇ, ਜੋਲੀ ਚੱਲਣ ਨੂੰ ਕਹਿੰਦੇ ਨੇ। ਗੁਰੂ ਕੇ ਦੱਸੇ ਰਾਹ ਤੇ ਚੱਲਣਾ ਕਰ। ਜੇ ਤੂੰ ਆਪਣੇ ਆਪ ਨੂੰ ਧਰਮੀ ਅਖਵਾਉਣਾ, ਧਰਮ ਤੇ ਚੱਲਣ ਵਾਲਾ ਬੰਦਾ ਅਖਵਾਉਣਾ, ਤੈਂ ਧਰਮ ਦਾ ਲਿਬਾਸ ਪਹਿਨਿਆ, ਧਰਮ ਦਾ ਬਾਣਾ ਪਹਿਨਿਆ, ਫਿਰ ਭਾਈ ਸੱਚ ਬੋਲ। ਝੂਠ ਦੀ ਸਿੱਖ ਦੇ ਜੀਵਨ ਦੇ ਵਿੱਚ ਥਾਂ ਕੋਈ ਨਹੀਂ। ਪਰ ਜਦੋਂ ਬੰਦਾ ਕਿਸੇ ਦੀ ਵਡਿਆਈ ਕਰਦਾ, ਉਪਮਾ ਕਰੇਗਾ, ਤੇ ਝੂਠ ਬੋਲੇ ਜਾਂਦੇ ਆ। ਜਦੋਂ ਕਿਸੇ ਦੀ ਨਿੰਦਿਆ ਕਰਦਾ, ਉਦੋਂ ਵੀ ਝੂਠ ਬੋਲੇ ਜਾਂਦੇ ਆ। ਇਸ ਕਰਕੇ ਸਾਹਿਬ ਜੀ ਨੇ ਸਿੱਖਾਂ ਨੂੰ ਦੋਨਾਂ ਤੋਂ ਹੀ ਵਰਜਤਾ। ਗੁਰੂ ਕੇ ਸਿੱਖ ਨੇ ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਉਂਕਿ ਨਿੰਦਾ ਭਲੀ ਕਿਸੇ ਕੀ ਨਾਹੀ। ਨਿੰਦਿਆ ਕਿਸੇ ਦੀ ਵੀ ਕਰਨੀ ਚੰਗੀ ਨਹੀਂ ਹੈ, ਚਾਹੇ ਕੋਈ ਸੱਜਣਾ ਹੈ ਤੇ ਚਾਹੇ ਕੋਈ ਵੈਰੀ ਹੈ। ਗੁਰਮੁਖ ਨੇ ਤੇ ਦੋਨਾਂ ਨੂੰ ਇੱਕ ਕਰਕੇ ਜਾਣਨਾ। ਜਿਹੜਾ ਗੁਰਮੁਖ ਹੈ ਨਾ, ਉਹਦਾ ਸੁਭਾਅ ਐਸਾ ਹੋਣਾ ਚਾਹੀਦਾ ਹੈ ਵੀ ਉਹ ਚਾਹੇ ਸੱਜਣ ਹੈ ਤੇ ਚਾਹੇ ਵੈਰੀ, ਦੋਨਾਂ ਨੂੰ ਇੱਕ ਕਰਕੇ ਤੇ ਇੱਕ ਤੁਲ ਕਰਕੇ ਜਾਣਨਾ। ਕਰੇ ਸਮ ਮਿਤਰਾਸੇ ਦੁਰਜਨਾ ਦੀ ਭਾਵਨਾ ਰੱਖਣੀ, ਕਰੇ ਮਿੱਤਰ ਤੇ ਦੁਰਜਨ ਜਿਹੜਾ ਬੈਰ ਭਾਵ ਰੱਖਣ ਵਾਲਾ। ਦੋਨਾਂ ਦੇ ਨਾਲ ਇੱਕੋ ਜਿਹਾ ਪ੍ਰੇਮ ਪਿਆਰ ਰੱਖਣਾ, ਦੋਨਾਂ ਨਾਲ ਵਰਤਾਰਾ ਇੱਕੋ ਜਿਹਾ ਹੀ ਰੱਖਣਾ। ਗੁਰਮੁਖ ਦਾ ਨਾ ਕਿਸੇ ਨਾਲ ਵੈਰ ਨਹੀਂ ਹੋਣਾ ਚਾਹੀਦਾ, ਨਾ ਕੋ ਬੈਰੀ ਨਹੀਂ ਬੇਗਾਨਾ। ਕਿਸੇ ਦੇ ਨਾਲ ਵੈਰ ਭਾਵ ਨਹੀਂ ਰੱਖਣਾ, ਨਾ ਕਿਸੇ ਨੂੰ ਬੇਗਾਨਾ ਪਰਾਇਆ ਕਰਕੇ ਜਾਣਨਾ। ਜਦੋਂ ਜਾਣੂਗਾ ਤੇ ਨਿੰਦਿਆ ਕਰੂਗਾ, ਤੇ ਸਾਹਿਬ ਜੀ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ। ਨਿੰਦਾ ਕਰਨੀ ਗੁਰੂ ਕਿਆ ਸਿੱਖਾ ਕਿਸੇ ਦੀ ਵੀ ਚੰਗੀ ਨਹੀਂ। ਇਹ ਕੌਣ ਕਰਦਾ? ਕਹਿੰਦੇ ਮਨਮੁਖ ਮੁਗਧ ਕਰਨ। ਇੱਕ ਤੇ ਮਨਮੁਖ ਕਰਦਾ ਜਿਹੜਾ ਗੁਰੂ ਵਾਲਾ ਨਹੀਂ, ਜਿਹੜਾ ਮਨ ਆਈਆਂ ਕਰਦਾ, ਜੋ ਮਨ ਨੇ ਕਹਿਤਾ ਤੇ ਕਰ ਦਿੱਤਾ, ਜੋ ਮਨ ਚ ਆ ਗਿਆ ਉਹ ਕਰ ਦਿੱਤਾ, ਉਹਦਾ ਗੁਰੂ ਨਾਲ ਕੋਈ ਸੰਬੰਧ ਨਹੀਂ। ਮਨਮੁਖ ਕੌਣ ਆ? ਜਿਹਦਾ ਗੁਰੂ ਨਾਲ ਸੰਬੰਧ ਹੀ ਨਹੀਂ ਕੋਈ, ਜਿਹੜਾ ਗੁਰੂ ਤੋਂ ਕੋਹਾਂ ਦੂਰ ਆ, ਜਿਹਨੇ ਕਰੇ ਗੁਰੂ ਕਾ ਸ਼ਬਦ ਨਹੀਂ ਸੁਣਿਆ, ਗੁਰੂ ਕਾ ਸ਼ਬਦ ਜਿਹਦੀ ਕਦੇ ਰਸਨਾ ਤੇ ਨਹੀਂ ਆਇਆ, ਗੁਰੂ ਕਾ ਸ਼ਬਦ ਜਿਹਦੇ ਚਿੱਤ 'ਚ ਨਹੀਂ ਵਸਿਆ, ਉਹ ਪ੍ਰਾਣੀ ਕੌਣ ਆ ਭਾਈ? ਮਨਮੁਖ। ਤੇ ਸਾਹਿਬ ਕਹਿੰਦੇ ਨਿੰਦਿਆ ਕਰਨਾ ਮਨਮੁਖ ਦਾ ਕੰਮ ਹੈ। ਮਨਮੁਖ ਨਿੰਦਿਆ ਕਰਦਾ। ਮੁਗਧ ਅਗਿਆਨੀ ਨੂੰ ਕਹਿੰਦੇ ਅਗਿਆਨੀ ਕਰਦਾ, ਜਿਹਨੂੰ ਆਪੇ ਦਾ ਗਿਆਨ ਹੀ ਨਹੀਂ ਹੈ, ਜਿਹਨੂੰ ਗੁਰੂ ਕੇ ਸ਼ਬਦ ਦੀ ਸੋਝੀ ਨਹੀਂ ਆਈ, ਗੁਰੂ ਕੇ ਸ਼ਬਦ ਦਾ ਗਿਆਨ ਜਿਹਦੇ ਕੰਨੀ ਪਿਆ ਹੀ ਨਹੀਂ, ਜਿਹਦੀ ਮੱਤ 'ਚ ਵਸਿਆ ਹੀ ਨਹੀਂ, ਉਹ ਕੌਣ ਹੈ? ਅਗਿਆਨੀ। ਤੇ ਕਰਦਾ ਸਾਹਿਬ ਕਹਿੰਦੇ ਗੁਰਮੁਖ ਦਾ ਕੰਮ ਨਹੀਂ ਉਹ ਕਿਸੇ ਦੀ ਨਿੰਦਿਆ ਕਰੇ, ਗੁਰਮੁਖ ਦਾ ਕੰਮ ਨਹੀਂ ਉਹ ਕਿਸੇ ਨੂੰ ਭੰਡੇ। ਤੇ ਫਿਰ ਗੁਰਦੇਵ ਕਹਿੰਦੇ ਰਹੀ ਗੱਲ ਉਸਤਤ ਦੀ, ਉਸਤਤ ਕਿਹਦੀ ਕਰਨੀ ਹੈ? ਉਸਤਤ ਕਰਹੁ ਸਦਾ ਪ੍ਰਭ ਆਪਣੀ, ਜਿਨ ਪੂਰੀ ਕਲ ਰਾਖੀ। ਆਪਣੇ ਪ੍ਰਭੂ ਦੀ ਉਸਤਤ ਕਰਨੀ ਹੈ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਪ੍ਰਭਤਾ ਦੇ ਮਾਲਕ ਹੈ, ਸਾਰੀਆਂ ਵਡਿਆਈਆਂ ਦੇ ਮਾਲਕ ਹੈ। ਗੁਰੂ ਕੇ ਸਿੱਖ ਨੇ ਉਸਤਤ ਕਰਨੀ ਹੈ ਤੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਨੀ ਆ। ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਉਸਤਤ ਕਰਨੀ ਆ, ਜਿਨ੍ਹਾਂ ਦੇ ਆਪਾਂ ਪਾਵਨ ਸਥਾਨ ਦੇ ਉੱਪਰ ਹਾਜ਼ਰੀਆਂ ਭਰ ਰਹੇ ਆ। ਪੂਰੇ ਸਤਿਗੁਰੂ ਦੀ ਉਸਤਤ ਕਰਨੀ ਆ। ਉਸਤਤ ਕਰਹੁ ਸਦਾ ਪ੍ਰਭ ਆਪਣੀ। ਪ੍ਰਭ ਕਹਿੰਦੇ ਜੋ ਪ੍ਰਭਤਾ ਦਾ ਮਾਲਕ ਹੈ, ਜਿਹਦੀ ਸੋਭਾ ਪ੍ਰਭਤਾ, ਉਹਨੂੰ ਪ੍ਰਭ ਆਖਿਆ ਜਾਂਦਾ। ਤੇ ਪ੍ਰਭਤਾ ਦੇ ਮਾਲਕ ਹੈ ਸਾਡੇ ਸਤਿਗੁਰੂ। ਸਤਿਗੁਰਾਂ ਦੀ ਉਸਤਤ ਕਰਨੀ ਹੈ, ਜੋ ਦੋਈ ਜਹਾਨੀ ਜੀਵ ਦੀ ਰੱਖਣ ਵਾਲੇ ਆ, ਲਾਜ ਰੱਖਣ ਵਾਲੇ ਆ, ਪੜਦੇ ਕੱਜ ਲੈਣ ਵਾਲੇ ਆ, ਗੁਨਾਹਾਂ ਤੇ ਪੜਦੇ ਪਾ ਲੈਣ ਵਾਲੇ ਆ, ਐਬਾਂ ਨੂੰ ਢੱਕ ਲੈਣ ਵਾਲੇ ਆ, ਦੋਈ ਜਹਾਨੀ ਬਾਹ ਪਕੜ ਲੈਣ ਵਾਲੇ। ਐਸੇ ਸਤਿਗੁਰਾਂ ਦੀ ਉਸਤਤ ਕਰਨੀ ਆ। ਦੂਜੇ ਕਿਸੇ ਦੀ ਉਸਤਤ ਵੀ ਨਹੀਂ ਕਰਨੀ ਚਾਹੀਦੀ। ਜਦੋਂ ਉਸਤਤ ਤੇ ਨਿੰਦਿਆ ਜੀਵ ਦੋਨੇ ਕਰਦਾ ਨਾ, ਤੇ ਦੋਨਾਂ ਦੇ ਵਿੱਚ ਹੀ ਫਿਰ ਝੂਠ ਬੋਲਿਆ ਜਾਂਦਾ, ਤੇ ਝੂਠ ਤੋਂ ਕਰਕੇ ਭਾਈ ਪਾਪ ਹੁੰਦਾ ਹੈ। ਤੇ ਫਿਰ ਕੀਤੇ ਪਾਪ ਹੈ ਨਾ ਜਿਹੜੇ, ਇਹਨਾਂ ਪਾਪਾਂ ਕਰਕੇ ਜੰਮਣ ਮਰਨਾ, ਪਾਪਾਂ ਕਰਕੇ ਇਹ ਦੁੱਖ ਸੁੱਖ ਹੈ। ਜੀਵ ਪਾਪ ਕਰਦਾ ਤੇ ਦੁੱਖ ਭੋਗਦਾ। ਪਾਪਾਂ ਕਰਕੇ ਜੀਵ ਸੰਸਾਰ ਚ ਆਉਂਦਾ ਜਾਂਦਾ, ਆਵਾਗਾਉਣ ਦੇ ਵਿੱਚ ਫਸਿਆ ਹੋਇਆ। ਇਸ ਕਰਕੇ ਜਿਹੜਾ ਗੁਰਮੁਖ ਪੁਰਸ਼ ਹੈ, ਉਹਨੇ ਸਾਹਿਬ ਜੀ ਕਹਿੰਦੇ ਦੋਨੀ ਛੱਡ ਦੇਣੇ ਆ। ਜਿਹੜਾ ਗੁਰਮੁਖ ਹੈ ਪੂਰਨ ਪੁਰਖ ਹੈ,
ਜੀਵਨ ਮੁਕਤ ਅਵਸਥਾ ਨੂੰ ਮੰਨਣ ਵਾਲਾ ਪ੍ਰਾਣੀ ਹੈ। ਮਹਾਂਪੁਰਖਾਂ ਨੇ ਦੋਨੇ ਹੀ ਛੱਡੇ ਹੋਏ ਆ, ਨਹਿ ਨਿੰਦਿਆ ਨਹਿ ਉਸਤਤ, ਜਾ ਕੇ ਉਹਦੇ ਕੋਲ ਉਹ ਦੋਨਾਂ ਦੇ ਵਿੱਚ ਹੀ ਲਗਾਵ ਨਹੀਂ ਰੱਖਦਾ। ਲੋਭ ਮੋਹ ਅਭਿਮਾਨਾ, ਲੋਭ ਕਹਿੰਦੇ ਨੇ ਲਾਲਚ ਨੂੰ, ਪਦਾਰਥਾਂ ਦਾ ਲਾਲਚ। ਮੋਹ ਕਹਿੰਦੇ ਨੇ ਲਗਾਵ ਨੂੰ, ਸਰੀਰਾਂ ਦੇ ਨਾਲ ਲਗਾਵ। ਅਭਿਮਾਨ ਕਹਿੰਦੇ ਨੇ ਹੰਕਾਰ ਨੂੰ, ਸਾਰੀਆਂ ਵਸਤੂਆਂ ਨੂੰ ਆਪਣਾ ਕਰਕੇ ਜਾਣਨਾ, ਦੂਸਰਿਆਂ ਨਾਲੋਂ ਆਪਣੇ ਆਪ ਨੂੰ ਵੱਡਾ ਕਰਕੇ ਜਾਣਨਾ, ਇਸ ਗੱਲ ਨੂੰ ਹੰਕਾਰ ਕਹਿੰਦੇ ਆ। ਗੁਰਮੁਖ ਇਹਨਾਂ ਸਾਰੀ ਔਗਣਾ ਤੋਂ ਰਹਿਤ ਆ। ਨਾ ਗੁਰਮੁਖ ਦੇ ਚਿੱਤ ਦੇ ਵਿੱਚ ਪਦਾਰਥਾਂ ਦਾ ਲਾਲਚ ਆ, ਨਾ ਉਹਦਾ ਕਿਸੇ ਸਰੀਰ ਦੇ ਨਾਲ ਮੋਹ ਰੱਖਦਾ ਹੈ ਉਹ, ਤੇ ਨਾ ਹੀ ਉਹਦੇ ਚਿੱਤ ਦੇ ਵਿੱਚ ਕਿਸੇ ਗੱਲ ਦਾ ਹੰਕਾਰ ਹੈ। ਹੰਕਾਰ ਹੁੰਦਾ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਕਰਕੇ ਜਾਣਨਾ। ਸਾਹਿਬ ਕਹਿੰਦੇ ਆਪਸ ਕੋ ਦੀਰਘ ਕਰ ਜਾਣਾ ਹੈ ਔਰਨ ਕੋ ਲਗੋ ਮਾਤ, ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਕਰਕੇ ਜਾਣਨਾ। ਮੈਂ ਬਹੁਤਾ ਜਾਣੂਗਾ, ਮੈਂ ਬਹੁਤਾ ਦਾਨਾ, ਮੈਂ ਬਹੁਤਾ ਸਿਆਣਾ, ਮੈਂ ਬਹੁਤਾ ਸੋਹਣਾ, ਮੈਂ ਬਹੁਤਾ ਬਲਵਾਨ ਆ, ਮੇਰੇ ਵਰਗਾ ਦੂਜਾ ਹੋਰ ਹੀ ਕੋਈ ਹੈ ਹੀ ਕੋਈ ਨਹੀਂ ਦੂਜਾ। ਇਹ ਜਿਹੜੀ ਗੱਲ ਇਹਨੂੰ ਕਹਿੰਦੇ ਨੇ ਅਭਿਮਾਨ, ਹੰਕਾਰ। ਤੇ ਗੁਰਮੁਖ ਆ ਜਿਹੜਾ, ਸਾਹਿਬ ਕਹਿੰਦੇ ਉਹ ਭਾਈ ਅਭਿਮਾਨ ਹੰਕਾਰ ਤੋਂ ਰਹਿਤ ਆ। ਗੁਰਮੁਖ ਦੇ ਚਿੱਤ ਦੇ ਵਿੱਚ ਹੰਕਾਰ ਦੀ ਕੋਈ ਥਾਂ ਨਹੀਂ। ਗੁਰਮੁਖ ਦੇ ਚਿੱਤ ਦੇ ਵਿੱਚ ਨਾਮ ਵਸਦਾ। ਜਿਸ ਚਿੱਤ 'ਚ ਹੰਕਾਰ ਵਸਦਾ ਉੱਥੇ ਨਾਮ ਨਹੀਂ ਆਉਂਦਾ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ। ਦੋਏ ਨਾ ਵਸ ਹੈ ਇੱਕ ਥਾਏ, ਦੋਨੇ ਇੱਕ ਥਾਂ ਤੇ ਕਦੇ ਇਕੱਠੇ ਨਹੀਂ ਰਹਿ ਸਕਦੇ। ਜਿੱਥੇ ਨਾਮ ਵਸਦਾ ਉੱਥੇ ਹੰਕਾਰ ਨਹੀਂ ਹੋਊਗਾ, ਜਿੱਥੇ ਹੰਕਾਰ ਦਾ ਵਸ ਹੈ ਉੱਥੇ ਪਰਮੇਸ਼ਰ ਦਾ ਨਾਮ ਨਹੀਂ ਆ ਕੇ ਵਸਦਾ। ਦੋਨੇ ਇਕੱਠੇ ਨਹੀਂ ਜੇ ਰਹਿ ਸਕਦੇ। ਇਸ ਕਰਕੇ ਜਿਹੜੇ ਪੂਰਨ ਪੁਰਖ ਹੈ, ਜੀਵਨ ਮੁਕਤ ਅਵਸਥਾ ਨੂੰ ਮੰਨਣ ਵਾਲੇ ਗੁਰਮੁਖ ਜਨ ਹੈ, ਉਹ ਭਾਈ ਇਹਨਾਂ ਔਗਣਾ ਤੋਂ, ਇਹਨਾਂ ਵਕਾਰਾਂ ਤੋਂ ਰਹਿਤ ਹਨ। ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਹਰਖ ਸੋਗ ਤੇ ਰਹੋ ਨਿਆਰੋ, ਹਰਖ ਖੁਸ਼ੀ ਨੂੰ ਕਹਿੰਦੇ ਆ, ਸੋਗ ਗਮ ਨੂੰ ਕਹਿੰਦੇ ਆ। ਚਿੱਤ ਦੇ ਵਿੱਚ ਦੁੱਖ ਮੰਨਣਾ, ਗਮ ਕਰ ਲੈਣਾ ਕਿਸੇ ਗੱਲ ਦਾ, ਉਹਨੂੰ ਸੋਗ ਕਹਿੰਦੇ ਨੇ। ਰਹਿ ਨਿਆਰੋ, ਜਿਹੜਾ ਗੁਰਮੁਖ ਪੁਰਸ਼ ਹੈ ਉਹ ਭਾਈ ਖੁਸ਼ੀ ਤੇ ਗਮੀ ਦੋਨਾਂ ਦੇ ਪ੍ਰਭਾਵ ਤੋਂ ਪਰੇ ਰਹਿੰਦਾ। ਉਹ ਨਾ ਤੇ ਬਹੁਤੀ ਖੁਸ਼ੀ ਮਨਾਉਂਦਾ, ਸੁੱਖ ਦਾ ਸਮਾਂ ਆ ਜੇ ਤੇ ਉਦੋਂ ਬਹੁਤੀ ਖੁਸ਼ੀ ਨਹੀਂ ਮਨਾਉਂਦਾ, ਉਦੋਂ ਬਹੁਤੇ ਜਸ਼ਨ ਨਹੀਂ ਮਨਾਉਂਦਾ ਜਦੋਂ ਸੁੱਖ ਦਾ ਸਮਾਂ ਆ ਜੇ। ਕਿਉਂਕਿ ਗੁਰਮੁਖ ਨੇ ਜਦੋਂ ਸੁੱਖ ਆਉਂਦਾ ਤੇ ਉਦੋਂ ਸ਼ੁਕਰਾਨਾ ਕਰਨਾ, ਸੁੱਖ ਦੇ ਸਮੇਂ ਸ਼ੁਕਰਾਨਾ ਕਰਨਾ, ਸਾਹਿਬ ਦਾ ਚੇਤਾ ਕਰਨਾ, ਸਾਹਿਬ ਦੇ ਦਿੱਤੇ ਦਾ ਸ਼ੁਕਰ ਕਰਨਾ। ਮਾਲਕ ਤੇਰਾ ਸ਼ੁਕਰ ਆ, ਤੇਰਾ ਦਿੱਤਾ ਛਕ ਰਹੇ ਆ, ਤੇਰੇ ਦਿੱਤੇ ਹੋਏ ਆਨੰਦ ਭੋਗ ਰਹੇ ਆ, ਤੇਰੇ ਦਿੱਤੇ ਪਦਾਰਥਾਂ ਦਾ ਸੁੱਖ ਮਾਣ ਰਹੇ ਆ। ਉਦੋਂ ਗੁਰੂ ਕੇ ਸਿੱਖ ਨੇ ਸ਼ੁਕਰਾਨਾ ਕਰਨਾ ਜਦੋਂ ਸੁੱਖ ਦਾ ਸਮਾਂ। ਉਦੋਂ ਬਹੁਤੀਆਂ ਖੁਸ਼ੀਆਂ ਨਹੀਂ ਮਨਾਉਣੀਆਂ, ਕਿਉਂਕਿ ਸੁੱਖ ਸਦਾ ਨਹੀਂ ਰਹਿੰਦਾ, ਸੁੱਖ ਸਦੀਵੀ ਨਹੀਂ ਹੈ। ਜੇ ਸੁੱਖ ਹੈ ਤੇ ਦੁੱਖ ਵੀ ਆਊਗਾ। ਸੁੱਖ ਤੇ ਦੁੱਖ ਦੋਨੇ ਇਕੱਠੇ ਰਹਿੰਦੇ ਆ ਭਾਈ, ਇਹ ਦੋਨੇ ਇਕੱਠੇ ਹੀ ਆਉਂਦੇ ਆ। ਸੋ ਇਸ ਕਰਕੇ ਸਾਹਿਬ ਕਹਿੰਦੇ ਫਿਰ ਜਦੋਂ ਦੁੱਖ ਦਾ ਸਮਾਂ ਆ ਜੇ ਉਦੋਂ ਬੰਦਾ ਕੀ ਕਰਦਾ, ਉਦੋਂ ਗਮ ਮਨਾਉਂਦਾ। ਬਹੁਤਾ ਦੁੱਖ ਕਰਦਾ ਉਦੋਂ ਫਿਰ ਬਹੁਤੇ ਤਰਲੇ ਕਰਦਾ, ਹਾੜੇ ਕੱਢਦਾ, ਪਿੱਟਦਾ। ਦੁੱਖ ਦਾ ਸਮਾਂ ਆ ਗਿਆ, ਉਹ ਸਹਾਰਿਆ ਨਹੀਂ ਜਾਂਦਾ ਤੇ ਉਦੋਂ ਫਿਰ ਕੀ ਕਰਦਾ, ਗਮ ਮਨਾਉਂਦਾ ਬਹੁਤਾ, ਫਿਰ ਉਦੋਂ ਦੁੱਖ ਪੀੜਾ ਮਹਿਸੂਸ ਕਰਦਾ। ਸਾਹਿਬ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਦੋਨਾਂ ਤੋਂ ਹੀ ਪਰੇ ਆ। ਹਰਖ ਸੋਗ ਤੇ ਰਹੋ ਨਿਆਰੋ, ਉਹ ਭਾਈ ਖੁਸ਼ੀ ਤੇ ਗਮੀ ਦੋਨਾਂ ਦੇ ਪ੍ਰਭਾਵ ਤੋਂ ਰਹਿਤ, ਨਿਆਰੋ ਪਰੇ ਰਹਿੰਦਾ, ਦੂਰ ਰਹਿੰਦਾ, ਦੋਨਾਂ ਦੀ ਲਪਾਏ ਮਾਨਤਾ ਤੋਂ ਰਹਿਤਾ। ਤੇ ਔਰ ਗੁਰਦੇਵ ਜੀ ਕਹਿੰਦੇ ਨਾਹੇ ਮਾਨ ਅਪਮਾਨਾ। ਮਾਨ ਕਹਿੰਦੇ ਆ ਵਡਿਆਈ ਨੂੰ, ਕੋਈ ਮਾਣ ਕਰੇ, ਸਿਫਤ ਕਰੇ, ਵਡਿਆਈ ਕਰੇ ਵੀ ਤੂੰ ਭਾਈ ਬੜਾ ਚੰਗਾ ਹੈ, ਤੂੰ ਤੇ ਬੜਾ ਗੁਣਵਾਨ ਹੈ। ਕੋਈ ਇਸ ਪ੍ਰਕਾਰ ਆ ਕੇ ਕੋਈ ਵਡਿਆਈ ਕਰੇ ਤੇ ਉਦੋਂ ਬੰਦਾ ਕੀ ਹੁੰਦਾ ਵੀ ਆਪਦੀ ਵਡਿਆਈ ਸਾਰਿਆਂ ਨੂੰ ਚੰਗੀ ਲੱਗਦੀ। ਅੱਜ ਕੱਲ ਦਾ ਬੱਚਾ ਵੀ ਕਹਿੰਦਾ ਮੇਰੀ ਸੈਲਫ ਰਿਸਪੈਕਟ ਆ, ਮੇਰੀ ਆਪਦੀ ਇੱਕ ਕਹਿੰਦਾ ਵੀ ਇੱਜ਼ਤ ਆ। ਅੱਜ ਕੱਲ ਦਾ ਜਿਹੜਾ ਛੋਟਾ ਜਿਹਾ ਬੱਚਾ ਉਹ ਵੀ ਇਹ ਗੱਲ ਆਖਦਾ। ਸੋ ਵਡਿਆਈ ਕਹਿੰਦੇ ਹਰੇਕ ਨੂੰ ਚੰਗੀ ਲੱਗਦੀ ਆ। ਹਰ ਕੋਈ ਕਹਿੰਦਾ ਮੇਰੀ ਵਡਿਆਈ ਹੋਵੇ, ਚਾਰ ਬੰਦੇ ਮੇਰੀ ਸਿਫਤ ਕਰਨ, ਮੇਰਾ ਆਦਰ ਹੋਵੇ। ਲੇਕਿਨ ਗੁਰਦੇਵ ਕਹਿੰਦੇ ਜਿਹੜਾ ਗੁਰਮੁਖ ਹੈ, ਜਿਹਨੇ ਭਾਈ ਪਰਮੇਸ਼ਰ ਦੇ ਨਾਮ ਦਾ ਆਨੰਦ ਜਾਣ ਲਿਆ, ਜਿਹਦੇ ਚਿੱਤ 'ਚ ਆਨੰਦ ਆ ਗਿਆ, ਜਿਹਦੇ ਚਿੱਤ 'ਚ ਬੰਦਗੀ ਦਾ ਖੇੜਾ ਆ ਕੇ ਵਸ ਗਿਆ ਨਾ,
ਉਹਨੂੰ ਦੁਨਿਆਈ ਦੀ ਜਿਹੜੀ ਝੂਠੀ ਵਡਿਆਈ ਆ ਉਹ ਚੰਗੀ ਨਹੀਂ ਲੱਗਦੀ, ਮਨ ਨੂੰ ਭਾਉਂਦੀ ਨਹੀਂ। ਸਾਹਿਬ ਕਹਿੰਦੇ ਲੋਗਨ ਕੀ ਚਤਰਾਈ ਉਪਮਾ ਤੈ ਬੈ ਸੰਤ ਰਜਾਰ। ਜਿਹੜਾ ਗੁਰਮੁਖ ਹੈ ਨਾ, ਉਹਨੇ ਦੁਨਿਆਈ ਦੀ ਜਿਹੜੀ ਕੀਤੀ ਹੋਈ ਚਤਰਾਈ ਵਾਲੀ ਉਪਮਾ, ਜਿਹੜੀ ਦੁਨਿਆਈ ਦੀ ਉਪਮਾ ਹੈ ਨਾ, ਇਹ ਚਲਾਕੀ ਚੋਂ ਪੈਦਾ ਹੁੰਦੀ ਹੈ। ਜਦੋਂ ਬੰਦਾ ਉਪਮਾ ਕਰਦਾ ਨਾ ਤੇ ਫਿਰ ਚਲਾਕੀ ਦੇ ਨਾਲ ਕਰਦਾ, ਦੋ ਗੱਲਾਂ ਵਧਾ ਕੇ ਆਖਦਾ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ, ਜਦੋਂ ਬੰਦਾ ਕਿਸੇ ਦੀ ਉਪਮਾ ਕਰਦਾ ਫਿਰ ਥੋੜੀ ਵਧਾ ਕੇ ਕਰਦਾ, ਕੋਲ ਦੋ ਗੱਲਾਂ ਝੂਠੀਆਂ ਹੀ ਜੋੜ ਲੈਂਦਾ। ਇਹ ਬੰਦੇ ਦਾ ਸੁਭਾਅ, ਜਦੋਂ ਨਿੰਦਦਾ ਤੇ ਉਦੋਂ ਵੀ ਦੋ ਗੱਲਾਂ ਕੋਲ ਹੀ ਲਾ ਲੈਂਦਾ, ਦੋ ਝੂਠ ਬੋਲ ਦਿੰਦਾ। ਦੁਨਿਆਈ ਦੀ ਕੀਤੀ ਉਪਮਾ ਚਤੁਰਾਈ ਦੇ ਵਿੱਚੋਂ ਪੈਦਾ ਹੁੰਦੀ ਹੈ। ਬੰਦਾ ਚਤੁਰਾਈ ਨਾ ਕਰਦਾ ਉਪਮਾ। ਸਾਹਿਬ ਕਹਿੰਦੇ ਐਸੀ ਜਿਹੜੀ ਉਪਮਾ, ਐਸੀ ਜਿਹੜੀ ਵਡਿਆਈ ਆ, ਐਸੀ ਜਿਹੜੀ ਸਿਫਤ ਹੈ, ਇਹਨੂੰ ਭਾਈ ਕਹਿੰਦੇ ਬੈ ਸੰਤ ਰਜਾਰ। ਅੱਗ ਚ ਜਾਲ ਦੇ ਗੁਰੂ ਕਿਆ ਸਿੱਖਾ, ਜੇ ਬਚਣਾ, ਜੇ ਪਰਮਾਰਥ ਦੇ ਰਾਹ ਤੇ ਚੱਲਣਾ, ਉਹ ਇਹ ਉਪਮਾ ਨੇ ਤੈਨੂੰ ਅੱਗੇ ਨਹੀਂ ਵਧਣ ਦੇਣਾ। ਕਹਿੰਦੇ ਇਹ ਉਪਮਾ ਨੇ ਤੈਨੂੰ ਪਰਮਾਰਥ ਚ ਤਰੱਕੀ ਨਹੀਂ ਕਰਨ ਦੇਣੀ, ਭਜਨ ਚ ਚਿੱਤ ਨਹੀਂ ਲੱਗਣ ਦੇਣਾ। ਫਿਰ ਉਪਮਾ ਚੇਤੇ ਆਈ ਜਾਊਗੀ। ਲੈ ਵੀ ਅੱਜ ਜਦੋਂ ਬਾਣੀ ਪੜਨ ਬੈਠੇ ਫਿਰ ਚਿੱਤ ਚ ਖਿਆਲ ਆਉਣਾ ਵੀ ਅੱਜ ਫਲਾਨਾ ਬੰਦਾ ਮਿਲਿਆ, ਉਹ ਆਖਦਾ ਵੀ ਤੂੰ ਭਾਈ ਸਾਹਿਬ ਬੜਾ ਚੰਗਾ, ਤੂੰ ਬੜਾ ਸਿਆਣਾ, ਤੂੰ ਬੜਾ ਸੋਹਣਾ ਕੰਮ ਕਰ ਰਿਹਾ। ਫਿਰ ਉਹੀ ਖਿਆਲ ਚਿੱਤ 'ਚ ਬਾਰ-ਬਾਰ ਫੁਰਨੇ ਆਈ ਜਾਣਗੇ। ਸੋ ਇਸ ਕਰਕੇ ਜਿਹੜਾ ਗੁਰਮੁਖ ਹੈ, ਉਹਨੇ ਸਾਹਿਬ ਜੀ ਕਹਿੰਦੇ ਉਪਮਾ ਨਾਲ ਵੀ ਲਗਾਵ ਨਹੀਂ ਜੇ ਰੱਖਿਆ, ਨਾ ਰੱਖਣਾ। ਗੁਰੂ ਕੇ ਸਿੱਖੋ, ਜੇ ਜੀਵਨ ਮੁਕਤ ਅਵਸਥਾ ਨੂੰ ਮੰਨਣਾ ਨਾ, ਫਿਰ ਉਪਮਾ ਦੀ ਚਾਹਤ ਵੀ ਛੱਡਣੀ ਪਊਗੀ, ਵਡਿਆਈ ਦੀ ਚਾਹਤ ਵੀ ਛੱਡਣੀ ਪਊਗੀ। ਇਹਨੂੰ ਤਿਆਗ ਨਹੀਂ ਆਖਦੇ। ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ, ਬਹੁਤ ਸਾਰੇ ਪ੍ਰਿਆਣੀ, ਬਹੁਤ ਸਾਰੇ ਜੋਗੀ, ਜਤੀ, ਸੰਨਿਆਸੀ, ਉਹਨਾਂ ਕੀ ਕੀਤਾ? ਪਦਾਰਥਾਂ ਨੂੰ, ਸੁੱਖ ਨੂੰ ਤਿਆਗਿਆ, ਘਰ-ਬਾਰ ਤਿਆਗ ਦਿੱਤਾ, ਸੰਸਾਰ ਦੇ ਨਾਲ ਸੰਬੰਧ ਤਿਆਗ ਦਿੱਤਾ, ਪੁੱਤ ਧੀ ਪਰਿਵਾਰ ਛੱਡ ਕੇ ਉਹ ਜੰਗਲੀ ਜਾ ਕੇ ਬੈਠ ਗਏ। ਤੇ ਆਖਣ ਕੀ ਲੱਗੇ? ਕਹਿੰਦੇ ਜੀ ਅਸੀਂ ਹੋ ਗਏ ਤਿਆਗੀ, ਅਸੀਂ ਤਿਆਗੀ ਹੋ ਗਏ, ਅਸੀਂ ਤਿਆਗਤਾ ਕਹਿੰਦੇ ਸਾਰਾ ਕੁਝ। ਤੇ ਸਾਹਿਬ ਕਹਿੰਦੇ ਨਹੀਂ ਤਿਆਗਿਆ। ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਵਡਿਆਈ ਦੀ ਚਾਹਤ ਨਹੀਂ ਛੱਡੀ। ਕਹਿੰਦੇ ਆਪਣੇ ਆਪ ਨੂੰ ਤਿਆਗੀ ਅਖਵਾਉਣ ਵਾਲਿਆਂ ਨੇ, ਜਿਨ੍ਹਾਂ ਤਿਆਗੀ ਬਣਨ ਵਾਸਤੇ ਘਰ ਛੱਡਤਾ, ਪਰਿਵਾਰ ਛੱਡਤਾ, ਧਨ ਛੱਡਤਾ, ਸਾਰੇ ਸੁੱਖ ਸਹੂਲਤਾਂ ਛੱਡ ਕੇ ਜਾ ਕੇ ਜੰਗਲੀ ਬਹਿ ਗਿਆ। ਜਿੱਦੇ ਵਡਿਆਈ ਹੋਈ ਤੇ ਫੇਰ ਮੂਹਰੇ ਖਲੋਤਾ, ਫੇਰ ਆ ਕੇ ਅੱਗੇ ਖਲੋ ਗਿਆ। ਜਦੋਂ ਗੁਣਾਂ ਦੀ ਗੱਲ ਚੱਲੀ ਨਾ ਵੀ ਫਲਾਨਾ ਜਿਹੜਾ ਭਾਈ ਉਹ ਕਹਿੰਦੇ ਬੜਾ ਚੰਗਾ, ਫੇਰ ਮੂਹਰੇ ਖਲੋਤਾ। ਵਡਿਆਈ ਦੀ ਚਾਹਤ ਤੇ ਗਵਾਈ ਨਹੀਂ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਜੇ ਵਡਿਆਈ ਦੀ ਚਾਹਤ ਨਹੀਂ ਛੱਡੀ, ਮਾਣ ਦੀ ਇੱਛਾ ਨਹੀਂ ਛੱਡੀ, ਫਿਰ ਤਿਆਗੀ ਕਾਹਦਾ ਹੋਇਆ? ਫਿਰ ਤਿਆਗ ਨਹੀਂ ਹੈ। ਇਸ ਕਰਕੇ ਗੁਰਮਤਿ ਨੇ ਪਦਾਰਥ ਦੇ ਤਿਆਗ ਨੂੰ ਵੀ ਜਿਹੜਾ ਤਿਆਗੀ ਹੋਣ ਨੂੰ ਜਿਹੜਾ ਮੰਨਿਆ ਨਾ, ਵਿਕਾਰਾਂ ਦਾ ਤਿਆਗੀ ਹੋਣਾ ਗੁਰਮੁਖ ਨੇ। ਜਿਹੜਾ ਗੁਰੂ ਕਾ ਸਿੱਖ ਆ, ਉਹਨੇ ਚਿੱਤ 'ਚੋਂ ਵਿਕਾਰ ਤਿਆਗਣੇ ਆ, ਕਰੇਤਾਂ ਨੂੰ ਤਿਆਗਣਾ, ਮੰਦ ਅਮਲਾਂ ਨੂੰ ਤਿਆਗਣਾ, ਪਾਪਾਂ ਨੂੰ ਤਿਆਗਣਾ। ਗੁਰਮਤਿ ਦੇ ਵਿੱਚ ਪਰਿਵਾਰ ਨੂੰ ਤਿਆਗ ਕੇ ਜੰਗਲੀ ਜਾ ਕੇ ਬੈਠ ਜਾਣਾ, ਇਹ ਗੁਰੂ ਸਾਹਿਬ ਜਿਹੜਾ ਗੁਰਮਤਿ ਹੈ ਇਹਨੂੰ ਪ੍ਰਵਾਨ ਹੀ ਨਹੀਂ ਹੈ। ਗੁਰਮਤਿ ਦਾ ਫਲਸਫਾ ਇਸ ਗੱਲ ਦਾ ਵਿਰੋਧ ਕਰਦਾ। ਜਿਹੜਾ ਗੁਰੂ ਕਾ ਸਿੱਖ ਉਹਨੇ ਚਿੱਤ 'ਚੋਂ ਵਿਕਾਰ ਤਿਆਗਣੇ ਆ ਤੇ ਤਿਆਗੀ ਹੈ। ਸੋ ਇਸ ਪ੍ਰਕਾਰ ਜਿਹੜੀ ਮਹਾਰਾਜ ਫਰਮਾਉਂਦੇ ਨੇ ਵੀ ਜਿਹੜਾ ਗੁਰੂ ਕਾ ਸਿੱਖ ਹੈ, ਪੂਰਨ ਪੁਰਖ ਮਹਾਤਮਾ, ਉਹਨੇ ਭਾਈ ਚਿੱਤ 'ਚੋਂ ਮਾਣ ਦੀ ਇੱਛਾ ਵੀ ਕੱਢ ਦਿੱਤੀ ਆ। ਨਾ ਮਾਨ ਤੇ ਫਿਰ ਜਿਹੜਾ ਅਪਮਾਨ ਆ, ਨਾ ਹੈ ਮਾਨ ਅਪਮਾਨਾ। ਅਪਮਾਨ ਉਹਦਾ ਕੋਈ ਨਿਰਾਦਰ ਵੀ ਕਰ ਦੇ, ਉਹਨੂੰ ਕੋਈ ਮਾੜਾ ਵੀ ਕਹਿ ਦੇ, ਤੇ ਉਹਦਾ ਅਪਮਾਨ ਦੇ ਨਾਲ ਵੀ ਕੋਈ ਸੰਬੰਧ ਨਹੀਂ ਹੈ। ਉਹਦੇ ਉੱਪਰ ਅਪਮਾਨ ਦਾ, ਨਿਰਾਦਰੀ ਦਾ ਵੀ ਕੋਈ ਅਸਰ ਨਹੀਂ ਹੁੰਦਾ। ਗੁਰਮੁਖ ਨੂੰ ਕੋਈ ਬੇਇੱਜ਼ਤ ਨਹੀਂ ਕਰ ਸਕਦਾ। ਜਿਹਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ ਇੱਜ਼ਤ ਦੇ ਕੇ ਆਪਣੀ ਬੰਦਗੀ ਚ ਲਾਇਆ, ਆਪਣੀ ਉਸਤਤ ਉਪਮਾ ਦੇ ਵਿੱਚ ਲਾਇਆ, ਆਪਣੀ ਸਿਫਤ ਦੇ ਵਿੱਚ ਲਾ ਲਿਆ, ਉਹਦੇ ਵਰਗੀ ਉਪਮਾ ਹੋਰ ਨਹੀਂ ਕਿਸੇ ਦੀ ਹੋ ਸਕਦੀ। ਉਹਨੂੰ ਚਾਹ ਕੇ ਵੀ ਕੋਈ ਅਪਮਾਨਿਤ ਨਹੀਂ ਕਰ ਸਕਦਾ, ਗੁਰਮੁਖ ਦਾ ਕੋਈ ਨਿਰਾਦਰ ਨਹੀਂ ਕਰ ਸਕਦਾ। ਇਸ ਕਰਕੇ ਜਿਹੜਾ ਗੁਰਮੁਖ ਪੁਰਸ਼ ਹੈ, ਉਹਨੇ ਭਾਈ ਚਿੱਤ ਦੇ ਵਿੱਚੋਂ ਮਾਣ ਤੇ ਅਪਮਾਨ ਦੋਨਾਂ ਦੀ ਚਾਹਤ ਛੱਡ ਦਿੱਤੀ ਹੈ। ਆਸਾ ਮਨਸਾ ਸਗਲ ਤਿਆਗੈ, ਜਗਤੀ ਰਹਿ ਨਿਰਾਸਾ। ਅੱਗੇ ਸਾਹਿਬ ਮਹਾਰਾਜ ਫਰਮਾਉਂਦੇ ਨੇ ਵੀ ਜਿਹੜਾ ਗੁਰਮੁਖ ਹੈ, ਆਸਾ ਉਹਨੇ ਮਨ ਦੇ ਆਸ਼ਾ ਹੁੰਦੀ, ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਖੁਆਇਸ਼ ਰੱਖਣੀ, ਚਾਹਤ ਰੱਖਣੀ, ਪਦਾਰਥਾਂ ਨੂੰ ਪ੍ਰਾਪਤ ਕਰਨ ਦੀ।
ਮਨਸ਼ਾ ਹੁੰਦੀ ਹੈ। ਮਨਸ਼ਾ ਕਹਿੰਦੇ ਨੇ ਬੁੱਧੀ ਨੂੰ, ਬੁੱਧੀ 'ਚ ਐਸੇ ਖਿਆਲ ਰੱਖਣੇ ਵੀ ਮੈਨੂੰ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ, ਬੁੱਧੀ ਦੇ ਵਿੱਚ ਪਦਾਰਥਾਂ ਦੀ ਇੱਛਾ ਪੈਦਾ ਕਰ ਲੈਣੀ, ਉਹਨੂੰ ਮਨਸ਼ਾ ਆਖਦੇ ਨੇ। ਸੋ ਗੁਰਦੇਵ ਕਹਿੰਦੇ ਜਿਹੜਾ ਗੁਰਮੁਖ ਹੈ ਉਹਨੇ ਭਾਈ ਆਸਾ ਤੇ ਮਨਸ਼ਾ ਦੋਨੇ ਤਿਆਗ ਦਿੱਤੀਆਂ। ਮਨ ਬਾਣੀ ਸਰੀਰ ਕਰਕੇ ਉਹ ਪੂਰਨ ਰੂਪ ਦੇ ਵਿੱਚ ਤਿਆਗੀ ਹੋ ਗਿਆ। ਉਹਨੂੰ ਨਾ ਤੇ ਸਰੀਰ ਨੂੰ ਕੋਈ ਪਦਾਰਥਾਂ ਦੇ ਪ੍ਰਾਪਤ ਕਰਨ ਦੀ ਇੱਛਾ, ਨਾ ਹੀ ਉਹਦੀ ਮਤ ਦੇ ਵਿੱਚ ਐਸਾ ਖਿਆਲ ਹੈ ਵੀ ਮੈਨੂੰ ਕੋਈ ਪਦਾਰਥ ਪ੍ਰਾਪਤ ਹੋ ਜੇ। ਜਿਹੜਾ ਪੂਰਨ ਰੂਪ ਦੇ ਵਿੱਚ ਤਿਆਗੀ ਹੈ, ਜਿਹਨੂੰ ਤਿਆਗੀ ਕਹੀਦਾ, ਪੂਰਨ ਰੂਪ ਦੇ ਵਿੱਚ ਜੋ ਬਰਾਗੀ ਹੈ, ਜਿਹਨੇ ਪਦਾਰਥਾਂ ਦੇ ਮੋਹ ਦੇ ਉੱਪਰ ਤੋਂ ਜਿਹੜਾ ਨਿਰਲੇਪ ਹੋ ਗਿਆ, ਉਹ ਜਿਹੜਾ ਗੁਰਮੁਖ ਪੁਰਸ਼ ਹੈ, ਗੁਰਦੇਵ ਕਹਿੰਦੇ ਉਹਨੇ ਦੋਨੀ ਛੱਡ ਦਿੱਤੀਆਂ। ਚਿੱਤ ਦੇ ਵਿੱਚ ਆਸਾ ਵੀ ਛੱਡ ਦਿੱਤੀ, ਮਨਸਾ ਵੀ ਛੱਡ ਦਿੱਤੀ, ਦੋਨੇ ਛੱਡਤੀਆਂ। ਤੇ ਉਹ ਜਿਹੜਾ ਐਸਾ ਗੁਰਮੁਖ ਪੁਰਸ਼ ਹੈ ਉਹ ਭਾਈ ਜਗ ਤੋਂ ਕਹਿੰਦੇ ਨਿਰਾਸ਼ ਹੋ ਕੇ ਰਹਿੰਦਾ। ਉਹਨੇ ਜਗ ਸੰਸਾਰਕ ਪੱਖ ਤੋਂ, ਦੁਨਿਆਈ ਦੇ ਪੱਖ ਤੋਂ ਆਪਣੇ ਚਿੱਤ ਦੇ ਜਿਹੜੇ ਵਿੱਚ ਨਿਰਾਸ਼ਤਾ ਧਾਰ ਲੈਣੀ ਕੀਤੀ ਆ। ਸੰਸਾਰ ਦੀਆਂ ਆਸ਼ਾਵਾਂ ਤੋਂ ਜੋ ਰਹਿਤ ਹੋ ਗਿਆ ਉਹਨੂੰ ਨਿਰਾਸ਼ਾ ਕਹਿੰਦੇ ਨੇ। ਜਿਹਨੇ ਸੰਸਾਰ ਦੇ ਪਦਾਰਥਾਂ ਤੋਂ, ਸੰਸਾਰ ਦੇ ਸੁੱਖਾਂ ਤੋਂ ਮੁਖ ਨੂੰ ਮੋੜ ਲਿਆ ਉਹਨੂੰ ਨਿਰਾਸ਼ਾ ਕਹਿੰਦੇ ਨੇ, ਜੋ ਪਦਾਰਥਾ ਭਾਵਨੀ ਦੀ ਇੱਛਾ ਨੂੰ ਛੱਡ ਦੇ। ਸੋ ਜਿਹੜਾ ਪੂਰਨ ਪੁਰਖ ਹੈ, ਜੀਵਨ ਮੁਕਤ ਅਵਸਥਾ ਨੂੰ ਮੰਨਣ ਵਾਲਾ ਗੁਰਮੁਖ ਹੈ, ਉਹਨੇ ਚਿੱਤ ਦੇ ਵਿੱਚ ਐਸਾ ਹੀ ਲਗਾਵ ਧਾਰ ਲਿਆ, ਐਸੀ ਚਾਹਤ ਕਰ ਲੈਣੀ ਕੀਤੀ ਹੈ, ਉਹਨੇ ਬਰਾਗ ਧਾਰ ਲੈਣਾ ਕੀਤਾ। ਸੰਸਾਰ ਦੇ ਕਿਸੇ ਵੀ ਸੁੱਖ ਦੁੱਖ ਦੇ ਨਾਲ, ਸੰਸਾਰ ਦੀ ਕਿਸੇ ਖੁਆਇਸ਼ ਦੇ ਨਾਲ ਉਹਦਾ ਕੋਈ ਸੰਬੰਧ ਹੀ ਨਹੀਂ। ਉਹ ਜਗਤ ਤੋਂ ਨਿਰਾਸ਼ ਹੋ ਗਿਆ। ਉਹਨੇ ਪ੍ਰਭੂ ਦੇ ਭਾਣੇ ਨੂੰ ਸਤ ਚਿੱਤ ਆਨੰਦ ਕਰਕੇ ਮੰਨ ਲਿਆ। ਉਹਨੇ ਪ੍ਰਭੂ ਦਾ ਭਾਣਾ ਮੰਨ ਲਿਆ, ਪ੍ਰਭੂ ਦੀ ਰਜ਼ਾ ਨੂੰ ਕਬੂਲ ਲੈਣਾ ਕੀਤਾ। ਜਿਹੜਾ ਐਸਾ ਗੁਰਮੁਖ ਪੁਰਸ਼ ਆ, ਐਸਾ ਕਾਰਜ ਕੋਈ ਮਹਾਨ ਤਿਆਗੀ ਬਰਾਗੀ ਕਰ ਸਕਦਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਾਸ ਇੱਕ ਸਿੱਖ ਹੋਇਆ, ਭਾਈ ਗੁਰਮੁਖ ਉਹਦਾ ਨਾਮ ਹੋਇਆ। ਗੁਰਮੁਖ, ਭਾਈ ਗੁਰਮੁਖ ਜੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹਜ਼ੂਰੀ ਸੇਵਾਦਾਰ ਹੋਏ। ਇੱਕ ਵਾਰ ਉਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ, ਕਹਿੰਦੇ ਸਾਹਿਬ ਜੀ ਭਾਣਾ ਕਿਹੋ ਜਿਹਾ, ਕੀ ਮਹਾਰਾਜ ਭਾਣਾ ਦੇਖਿਆ ਜਾ ਸਕਦਾ? ਸਾਹਿਬ ਕਹਿੰਦੇ ਸਾਡਾ ਇੱਕ ਪਿਆਰਾ ਸਿੱਖ ਹੈ ਭਾਈ ਭਖਾਰੀ, ਜੇ ਗੁਰੂ ਕਿਆ ਸਿੱਖਾ, ਜੇ ਭਾਈ ਗੁਰਮੁਖ ਭਾਣੇ ਨੂੰ ਦੇਖਣਾ, ਭਾਣਾ ਸੁਣਿਆ ਜਾ ਸਕਦਾ, ਬੋਲਿਆ ਜਾ ਸਕਦਾ, ਜੇ ਅੱਖੀ ਦੇਖਣਾ ਭਾਣਾ ਹੁੰਦਾ ਕਿਹੋ ਜਿਹਾ, ਫਿਰ ਸਾਡੇ ਸਿੱਖ ਭਾਈ ਭਖਾਰੀ ਜੀ ਪਾਸ ਜਾਣਾ ਕਰ। ਸੋ ਭਾਈ ਗੁਰਮੁਖ ਜੀ ਸਤਿਗੁਰਾਂ ਦੀ ਆਗਿਆ ਦੇ ਨਾਲ ਭਾਈ ਭਖਾਰੀ ਜੀ ਪਾਸ ਮਿਲਣ ਗਏ। ਉਹਨਾਂ ਦੇ ਘਰ ਗਏ। ਭਾਈ ਭਖਾਰੀ ਜੀ ਨੇ ਦੇਖਿਆ ਪੰਜਵੇਂ ਨਾਨਕ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਪਾਸੋਂ ਸਿੱਖ ਆਇਆ। ਸਿੱਖ ਨੂੰ ਗੁਰੂ ਰੂਪ ਜਾਣ ਕਰਕੇ ਭਾਈ ਭਖਾਰੀ ਜੀ ਨੇ ਬਹੁਤ ਅਦਬ ਕੀਤਾ। ਆਸਣ ਬਾਸਣ ਸਰਬ ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ, ਬੜੇ ਸੁੱਖ ਦੇ ਨਾਲ ਆਪਣੇ ਗ੍ਰਹਿ ਦੇ ਵਿੱਚ ਰੱਖਿਆ। ਸੋ ਭਾਈ ਭਖਾਰੀ ਜੀ ਦੇ ਘਰ ਦੇ ਵਿੱਚ ਉਹਨਾਂ ਦੇ ਪੁੱਤਰ ਦੀ ਸ਼ਾਦੀ ਸੀ ਤੇ ਸ਼ਾਦੀ ਕਰਕੇ ਖੁਸ਼ੀ ਦਾ ਮਾਹੌਲ ਸੀ। ਬਹੁਤ ਸਾਰੇ ਲੋਕ, ਰਿਸ਼ਤੇਦਾਰ, ਸਾਕ ਸੰਬੰਧੀ ਆਏ ਸੀ। ਉਸ ਸਮੇਂ ਕਹਿੰਦੇ ਭਾਈ ਭਖਾਰੀ ਜੀ ਭਾਈ ਗੁਰਮੁਖ ਜੀ ਨੂੰ ਘਰ ਦੇ ਵਿੱਚ ਜੋ ਨਾ ਸ਼ਾਦੀ ਦੀਆਂ ਤਿਆਰੀਆਂ ਕੀਤੀਆਂ, ਵਿਆਹ ਕਾਰਜ ਦੀਆਂ, ਉਹਦੀ ਸਾਜ ਜਿੰਨੀ ਰਸਦ ਬਸਦ ਇਕੱਠੀ ਕੀਤੀ, ਸਾਜੋ ਸਮਾਨ ਇਕੱਠਾ ਕੀਤਾ, ਉਹ ਸਾਰਾ ਦਿਖਾਉਣ ਲੱਗ ਗਏ। ਘਰ ਦੇ ਕੱਲੇ ਕੱਲੇ ਕੋਨੇ 'ਚ ਲਿਜਾ ਕੇ ਪੂਰਾ ਘਰ ਦਿਖਾਇਆ। ਫਿਰ ਜੋ ਸ਼ਾਦੀ ਦੀਆਂ ਵਿਆਹ ਦੀਆਂ ਤਿਆਰੀਆਂ ਕੀਤੀਆਂ, ਘਰ ਦੇ ਵਿੱਚ ਜੋ ਗਹਿਣੇ ਕਢਵਾ ਕੇ ਰੱਖੇ ਨੇ ਗੁਰ ਭਾਈ ਜਾਣ ਕਰਕੇ, ਤੇ ਬਹੁਤਾ ਪ੍ਰੇਮ ਕਰ ਰਹੇ ਨੇ, ਜੋ ਘਰ ਦੇ ਵਿੱਚ ਵਿਆਹ ਦੇ ਵਿੱਚ ਵਰਤਣ ਵਾਸਤੇ ਮਠਿਆਈਆਂ ਬਣਾ ਕੇ ਰੱਖੀਆਂ, ਕੱਲੀ ਕੱਲੀ ਵਸਤੂ ਕਹਿੰਦੇ ਦਿਖਾਉਣੀ ਕੀਤੀ। ਸੋ ਵਸਤੂਆਂ ਵਹਿੰਦੇ ਰਹੇ, ਘਰ ਦੀਆਂ ਸਾਰੀਆਂ ਵਸਤੂਆਂ ਦਿਖਾਈਆਂ, ਸਾਰੇ ਜੀਆਂ ਨਾਲ ਮਿਲਾਤਾ। ਫਿਰ ਘਰ ਦੇ ਇੱਕ ਕੋਨੇ ਦੇ ਵਿੱਚ ਗਏ, ਉੱਥੇ ਉਹ ਸਾਰੀਆਂ ਵਸਤੂਆਂ ਪਈਆਂ ਜਿਹੜੀਆਂ ਕਿਸੇ ਪ੍ਰਾਣੀ ਦੇ ਚੜ੍ਹਾਈ ਕਰਨ ਤੇ ਵਰਤੀਆਂ ਜਾਂਦੀਆਂ। ਜਦੋਂ ਕਿਸੇ ਬੰਦੇ ਦਾ ਅਕਾਲ ਚਲਾਣਾ ਹੋ ਜਾਂਦਾ ਨਾ, ਜਿਨ੍ਹਾਂ ਵਸਤੂਆਂ ਨੂੰ ਉਦੋਂ ਇਕੱਠੀਆਂ ਕਰੀ ਦੀਆਂ ਉਹ ਵੀ ਕਰੀਆਂ ਪਈਆਂ। ਉਦੋਂ ਜਿਹੜਾ ਵਿਛਾਉਣਾ ਵਿਛਾਇਆ ਜਾਂਦਾ, ਜਿਹਨੂੰ ਸੱਥਰ ਆਖੀਦਾ, ਉੱਥੇ ਸੱਥਰ ਵੀ ਰੱਖਿਆ ਪਿਆ ਇਕੱਠਾ ਕਰਕੇ। ਜਿਸ ਛੇਜਾ ਦੇ ਉੱਪਰ, ਜਿਸ ਆਸਣ ਦੇ ਉੱਪਰ ਮ੍ਰਿਤਕ ਪ੍ਰਾਣੀ ਦਾ ਇਸ਼ਨਾਨ ਕਰਾਈ ਦਾ, ਚੌਂਕੀ ਦੇ ਉੱਪਰ ਉਹ ਵੀ ਪਈ ਹੈ। ਜਿਸ ਸਿੜੀ ਦੇ ਉੱਪਰ ਮ੍ਰਿਤਕ ਪ੍ਰਾਣੀ ਨੂੰ ਲਟਾ ਕਰਕੇ ਸ਼ਮਸ਼ਾਨ ਭੂਮੀ ਵੱਲ ਲੈ ਕੇ ਜਾਈਦਾ, ਇੱਕ ਪਾਸੇ ਉਹ ਵੀ ਰੱਖੀ ਪਈ ਹੈ, ਇੱਕ ਪਾਸੇ ਸੀਤਾ ਹੋਇਆ ਕਫਨ ਰੱਖਿਆ ਪਿਆ। ਭਾਈ ਭਖਾਰੀ ਜੀ ਨੇ ਜਦੋਂ ਸਾਰੀਆਂ ਬਾਤਾਂ ਦਿਖਾਈਆਂ, ਭਾਈ ਗੁਰਮੁਖ ਜੀ ਨੇ ਵੇਖੀਆਂ। ਭਾਈ ਗੁਰਮੁਖ ਦਾ ਦੇਖ ਕੇ ਕਹਿੰਦੇ ਚਿੱਤ ਹੈਰਾਨ ਹੋ ਗਿਆ, ਚਿੱਤ ਵਿਸ਼ਮਤ ਹੋ ਗਿਆ ਵੀ ਇਹ ਕਹਿੰਦੇ ਕੈਸਾ ਵਿਆਹ
ਵਿਆਹ ਦੇ ਵਿੱਚ ਜਿੰਨੀਆਂ ਕੁ ਵਸਤੂਆਂ ਚਾਹੀਦੀਆਂ ਉਨੀਆਂ ਤੇ ਸਾਰੀਆਂ ਪਹਿਲਾਂ ਹੀ ਪੂਰੀਆਂ ਸੀ ਵੀ ਆ ਜੋ ਵਸਤੂਆਂ ਪਈਆਂ ਤੇ ਉਹ ਸਾਰੀਆਂ ਜਿਹੜੀਆਂ ਕਿਸੇ ਪ੍ਰਾਣੀ ਦੇ ਚੜ੍ਹਾਈ ਕਰ ਜਾਣ ਤੇ ਵਰਤੀ ਦੀਆਂ, ਕਾਲ ਚਲਾਣੇ ਤੇ ਵਰਤੀ ਦੀਆਂ। ਤੇ ਉਦੋਂ ਕਹਿੰਦੇ ਭਾਈ ਗੁਰਮੁਖ ਜੀ ਭਾਈ ਭਿਖਾਰੀ ਜੀ ਨੂੰ ਆਖਣ ਲੱਗੇ, ਭਾਈ ਭਿਖਾਰੀ ਜੀ ਵੀ ਇਹ ਕੀ ਕੌਤਕ ਆ, ਕਹਿੰਦੇ ਤੁਸੀਂ ਇਹ ਸਾਰੀਆਂ ਵਸਤੂਆਂ ਜੋ ਇਹ ਅੰਤਮ ਸੰਸਕਾਰ ਦੀ ਰਸਮ ਦੀਆਂ ਵਸਤੂਆਂ ਕਿਉਂ ਇਕੱਠੀਆਂ ਕੀਤੀਆਂ, ਇਹਦੇ ਵਿੱਚ ਕੀ ਇਹਦੇ ਵਿੱਚ ਕਿਹੋ ਜਿਹਾ ਭਾਣਾ ਸਾਨੂੰ ਦੱਸਣਾ ਕਰੋ। ਤੇ ਭਾਈ ਭਿਖਾਰੀ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ ਗੁਰਮੁਖ ਜੀ, ਸਮਾਂ ਆਉਣ ਤੇ ਆਪੇ ਹਰ ਗੱਲ ਪ੍ਰਗਟ ਹੋ ਜਾਂਦੀ ਆ, ਇਹਦਾ ਵੀ ਪਤਾ ਲੱਗ ਜੂ। ਸੋ ਜੀ ਕਹਿੰਦੇ ਰਾਤ ਬਸਰ ਹੋਈ, ਅਗਲੇ ਦਿਨ ਦੀ ਸਵੇਰ ਭਾਈ ਭਿਖਾਰੀ ਦੇ ਪੁੱਤ ਦੀ ਜੰਝ ਚੜ੍ਹਨੀ ਆ। ਭਾਈ ਭਿਖਾਰੀ ਜੀ ਦੇ ਪੁੱਤਰ ਦੀ ਜੰਝ ਚੜੀ, ਬਰਾਤ ਲੜਕੀ ਦੇ ਨਗਰ ਪੁੱਜੀ, ਲੜਕੀ ਨੂੰ ਵਿਆਹ ਕਰਕੇ ਭਾਈ ਭਿਖਾਰੀ ਜੀ ਆਪਣੇ ਪੁੱਤ ਨੂੰ ਵਿਆਹ ਕਰਕੇ ਘਰੇ ਆ ਗਏ। ਵਿਆਹ ਕਾਰਜ ਪੂਰਾ ਹੋ ਗਿਆ। ਸੋ ਅਗਲੇ ਦਿਨ ਦੀ ਸਵੇਰ ਹੁੰਦੀ, ਉਹ ਰਾਤ ਬਸਰ ਹੋਈ। ਕਹਿੰਦੇ ਅਗਲੇ ਦਿਨ ਦੀ ਸਵੇਰ ਹੁੰਦੀ, ਭਾਈ ਭਿਖਾਰੀ ਜੀ ਦੇ ਪੁੱਤਰ ਦੇ ਪੇਟ ਦੇ ਵਿੱਚ ਅਚਾਨਕ ਸੂਲ ਹੋ ਗਈ, ਦਰਦ ਹੋ ਗਿਆ, ਪੀੜਾ ਉੱਠ ਖਲੋਤੀ, ਜਿਹਦੇ ਕਰਕੇ ਉਹਨਾਂ ਨੇ ਸਰੀਰ ਤਿਆਗ ਦਿੱਤਾ। ਕਹਿੰਦੇ ਮੌਤ ਹੋ ਗਈ ਭਾਈ ਭਿਖਾਰੀ ਜੀ ਦੇ ਪੁੱਤਰ ਦੀ। ਫਿਰ ਉਹ ਜਿਹੜੀਆਂ ਸਾਰੀਆਂ ਵਸਤੂਆਂ ਇਕੱਠੀਆਂ ਕਰਕੇ ਰੱਖੀਆਂ ਸੀ, ਜਿਹੜੇ ਸੱਥਰ ਰੱਖਿਆ ਸੀ ਉਹ ਸੱਥਰ ਵਿਹੜੇ 'ਚ ਵਿਛਾਇਆ ਗਿਆ। ਜਿਹੜਾ ਨਮਾਉਣ ਵਾਸਤੇ ਇਸ਼ਨਾਨ ਕਰਾਉਣ ਵਾਸਤੇ ਮ੍ਰਿਤਕ ਸਰੀਰ ਦਾ ਚੌਂਕੀ ਰੱਖੀ ਸੀ, ਉਸ ਚੌਂਕੀ ਤੇ ਇਸ਼ਨਾਨ ਕਰਾਇਆ ਗਿਆ। ਫਿਰ ਜਿਹੜੀ ਉਹ ਸਿੜੀ ਲੈ ਕੇ ਆਂਦੀ ਸੀ ਸ਼ਮਸ਼ਾਨ ਭੂਮੀ ਤੱਕ ਲਿਜਾਣ ਵਾਸਤੇ, ਕਫਨ ਪਹਿਨਾ ਕੇ ਉਸ ਸਿੜੀ ਦੇ ਉੱਪਰ ਲਟਾ ਕਰਕੇ ਤੇ ਚਾਰ ਭਾਈ ਚੁੱਕ ਕਰਕੇ ਫਿਰ ਉਹ ਸ਼ਮਸ਼ਾਨ ਭੂਮੀ ਤੱਕ ਲੈ ਕੇ ਗਏ, ਦਾਹ ਸੰਸਕਾਰ ਦੀ ਕਿਰਿਆ ਕਰ ਦਿੱਤੀ। ਹੈਰਾਨੀ ਦੀ ਗੱਲ ਕਹਿੰਦੇ ਭਾਈ ਭਿਖਾਰੀ ਜੀ ਨੇ ਅੱਖ ਤੋਂ ਹੰਝੂ ਵੀ ਨਹੀਂ ਕੇਰਿਆ, ਅੱਖ ਤੋਂ ਹੰਝੂ ਨਹੀਂ ਕੇਰਿਆ। ਭਾਈ ਗੁਰਮੁਖ ਦੇਖ ਕੇ ਹੈਰਾਨ ਹੁੰਦਾ, ਚਿੱਤ ਦੇ ਵਿੱਚ ਬਹੁਤਾ ਪਰੇਸ਼ਾਨ ਵੀ ਹੁੰਦਾ, ਚਿੱਤ ਦੇ ਵਿੱਚ ਵਿਰਾਗ ਵੀ ਪੈਦਾ ਹੋ ਗਿਆ। ਇਹ ਸਤਿਗੁਰੂ ਇਹ ਕੈਸਾ ਮਹਾਰਾਜ ਕੌਤਕ ਵਰਤਾਇਆ, ਇਹ ਆਪ ਜੀ ਦੀ ਕੈਸੀ ਖੇਡ ਆ, ਮਨ ਦੇ ਵਿੱਚ ਸੋਚ ਕੇ ਹੈਰਾਨ ਵੀ ਹੁੰਦਾ। ਫਿਰ ਜਦੋਂ ਕਹਿੰਦੇ ਉਹ ਸਾਰੀ ਗੱਲ ਕਹਿੰਦੇ ਸਾਰੇ ਲੋਕ ਚਲੇ ਗਏ, ਉਦੋਂ ਭਾਈ ਗੁਰਮੁਖ ਜੀ ਨੇ ਭਾਈ ਭਿਖਾਰੀ ਜੀ ਨੂੰ ਪੁੱਛਿਆ, ਕਹਿੰਦੇ ਭਾਈ ਭਿਖਾਰੀ ਜੀ ਮੈਂ ਮੰਨ ਲੈਣਾ ਆਪ ਜੀ ਬਹੁਤ ਉੱਚੀ ਅਵਸਥਾ ਵਾਲੇ ਗੁਰਸਿੱਖ ਹੋ, ਆਪ ਜੀ ਤੇ ਸਾਹਿਬ ਦੀ ਬਹੁਤ ਖੁਸ਼ੀ ਹੈ, ਮੈਂ ਮੰਨ ਲਿਆ ਆਪ ਜੀ ਬਹੁਤ ਭਾਣਾ ਮੰਨਣ ਵਾਲੇ ਹੋ, ਪਰ ਮੈਂ ਇੱਕ ਸਵਾਲ ਕਰਨਾ ਸੀ। ਆਪ ਜੀ ਨੂੰ ਜਦ ਪਤਾ ਸੀ ਵੀ ਤੁਹਾਡੇ ਪੁੱਤਰ ਨੇ ਮਰ ਜਾਣਾ, ਫਿਰ ਤੁਸੀਂ ਇਹਦਾ ਵਿਆਹ ਕਾਰਜ ਕਿਉਂ ਕੀਤਾ? ਜੇ ਵਿਆਹ ਕਾਰਜ ਕਰਨਾ ਹੀ ਸੀ, ਇੱਛਾ ਹੀ ਸੀ ਵੀ ਪੁੱਤ ਦਾ ਵਿਆਹ ਕਰਨਾ, ਫਿਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਪਾਸੋਂ ਪੁੱਤਰ ਦੀ ਲੰਬੀ ਆਰਜੂ ਦੀ ਅਰਦਾਸ ਕਰਕੇ, ਲੰਬੀ ਆਰਜੂ ਕਿਉਂ ਨਾ ਮੰਗੀ? ਸਾਰਾ ਜਗਤ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰ ਤੋਂ ਮੰਗਦਾ ਹੈ, ਤੁਸੀਂ ਵੀ ਅਰਦਾਸ ਕਰਕੇ ਆਪਣੇ ਪੁੱਤਰ ਦੀ ਲੰਬੀ ਆਰਜੂ ਮੰਗ ਲੈਂਦੇ, ਸੁੱਖ ਮਿਲ ਜਾਂਦਾ, ਘਰ ਦੇ ਵਿੱਚ ਪੋਤਰੇ ਹੁੰਦੇ, ਤੁਹਾਡੀ ਅੰਸ ਅੱਗੇ ਵੱਧ ਜਾਂਦੀ। ਭਾਈ ਭਿਖਾਰੀ ਜੀ ਹੱਥ ਜੋੜ ਕੇ ਕਹਿੰਦੇ ਨਾ ਭਾਈ ਗੁਰਮੁਖ ਜੀ, ਫਿਰ ਮੇਰੇ ਸਾਹਿਬ ਦਾ ਭਾਣਾ ਕੱਟਿਆ ਜਾਂਦਾ, ਮੇਰੇ ਪੁੱਤਰ ਦਾ ਵਿਆਹ ਹੋਣਾ, ਮੇਰੇ ਘਰ ਦੇ ਵਿੱਚ ਨੂੰਹ ਦਾ ਆਉਣਾ, ਇਹ ਖੁਸ਼ੀਆਂ ਆਉਣੀਆਂ, ਇਹ ਸੁੱਖ ਦਾ ਸਮਾਂ ਆਉਣਾ, ਇਹ ਵੀ ਮੇਰੇ ਸਾਹਿਬ ਦੇ ਭਾਣੇ 'ਚ ਸੀ। ਫਿਰ ਮੇਰੇ ਪੁੱਤਰ ਦਾ ਅੰਤਕਾਲ ਹੋ ਜਾਣਾ, ਮੇਰੇ ਪੁੱਤਰ ਦਾ ਚਲਿਆ ਜਾਣਾ, ਇਹ ਵੀ ਸਾਹਿਬ ਦੇ ਭਾਣੇ ਦੇ ਵਿੱਚ ਹੈ। ਜੇ ਮੈਂ ਸਾਹਿਬ ਨੂੰ ਇਹ ਅਰਦਾਸ ਕਰ ਦਿੰਦਾ ਨਾ ਤੇ ਵੀ ਮੇਰੇ ਸਾਹਿਬ ਦਾ ਭਾਣਾ ਕੱਟਿਆ ਜਾਣਾ ਸੀ। ਸੋ ਇਸੇ ਬਚਨ ਕਹਿੰਦੇ ਉਦੋਂ ਭਾਈ ਭਿਖਾਰੀ ਜੀ ਨੇ ਆਖੇ ਤੇ ਭਾਈ ਗੁਰਮੁਖ ਦੇ ਕਹਿੰਦੇ ਵਿਰਾਗ ਦੇ ਨਾਲ ਨੇਤਰਾਂ 'ਚੋਂ ਹੰਝੂ ਆ ਗਏ। ਦੋਨੇ ਹੱਥ ਜੋੜ ਕੇ ਆਖਦਾ ਧੰਨ ਹੈ ਗੁਰੂ, ਧੰਨ ਹੈ ਗੁਰੂ ਕੇ ਸਿੱਖ, ਜਿਨ੍ਹਾਂ ਨੇ ਭਾਣਾ ਕਮਾਇਆ, ਜਿਨ੍ਹਾਂ ਨੇ ਭਾਣਾ ਮੰਨਿਆ। ਭਾਣਾ ਕਹਿਣ 'ਚ ਕਠਨ ਸੁਖਾਲਾ ਹੋ ਸਕਦਾ, ਪਰ ਕਮਾਉਣ ਦੇ ਵਿੱਚ ਬੜਾ ਕਠਨਾ। ਫਿਰ ਭਾਈ ਭਿਖਾਰੀ ਜੀ ਨੇ ਭਾਣਾ ਮੰਨਿਆ। ਇਸ ਅਵਸਥਾ ਨੂੰ ਭਾਣਾ ਕਹਿੰਦੇ ਆ, ਜਿਹਨੂੰ ਦੋਨਾਂ ਦੇ ਨਾਲ ਹੀ ਕੋਈ ਸੰਬੰਧ ਨਹੀਂ, ਚਿੱਤ ਦੇ ਵਿੱਚ ਕੋਈ ਇੱਛਾ ਹੀ ਨਹੀਂ, ਜੋ ਸੰਸਾਰਕ ਪੱਖ ਤੋਂ ਨਿਰਾਸ਼ ਹੋ ਗਿਆ। ਕਾਮ ਕ੍ਰੋਧ ਜੇ ਪਰਸੈ ਨਾਹਨ, ਤੇ ਘਟ ਬ੍ਰਹਮ ਨਿਵਾਸਾ। ਸਾਹਿਬ ਜੀ ਫਰਮਾਉਂਦੇ ਹੈ ਭਾਈ, ਕਾਮ ਕ੍ਰੋਧ ਜਿਹੇ ਪਰਸੈ ਨਾਹਨ, ਤੇ ਘਟ ਬ੍ਰਹਮ ਨਿਵਾਸਾ। ਕਾਮ ਤੇ ਕ੍ਰੋਧ ਦੋਨੀ ਭੈੜੇ ਵਿਕਾਰਾਂ ਦਾ ਨਾਮ ਹੈ। ਜਦੋਂ ਪੰਜਾਂ ਵਿਕਾਰਾਂ ਦੀ ਗੱਲ ਚੱਲਦੀ ਹੈ ਨਾ, ਤੇ ਦੋਨੇ ਅੱਗੇ ਬੈਠੇ ਹੁੰਦੇ ਨੇ। ਪ੍ਰਥਮ ਨਾਮ ਇਹਨਾਂ ਦਾ ਹੀ ਆਉਂਦਾ, ਇੱਕ ਕਾਮ ਦਾ, ਇੱਕ ਕ੍ਰੋਧ ਦਾ। ਇਹ ਕਾਮ ਤੇ ਚਿੱਤ ਦਾ ਐਡਾ ਭੈੜਾ ਵਿਸ਼ਾ। ਸਾਹਿਬ ਕਹਿੰਦੇ ਹੇ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪਰਮਾਵਨ ਹੈ। ਇਹ ਭਾਈ ਜਿਹੜਾ ਕਾਮ ਦਾ ਵਿਸ਼ਾ ਹੈ, ਅੱਜ ਸੰਸਾਰ ਇਸ ਵਿਸ਼ੇ 'ਚ ਗ੍ਰਸਤ ਹੈ। ਕਲਯੁਗ ਦਾ ਸਮਾਂ ਚੱਲ ਰਿਹਾ,
ਅੱਜ ਦੇ ਸਮੇਂ ਦਾ ਖਾਨ ਪਾਨ ਪਹਿਰਾਨ ਐਸਾ ਹੋ ਗਿਆ, ਸਾਰਾ ਜਿਹੜਾ ਸੰਸਾਰ ਹੈ ਨਾ ਉਹ ਭਾਈ ਇਹਨਾਂ ਵਿਸ਼ਿਆਂ ਦੇ ਵਿੱਚ ਅੱਜ ਖਚਤ ਹੋ ਰਿਹਾ। ਤੇ ਇਹ ਜਿਹੜਾ ਕਾਮ ਵਿਸ਼ਾ ਸੁਖ ਜਨ, ਇਸ ਜੁਗਤ ਨੂੰ ਗੁਰੂ ਕੇ ਇਸ ਸਿਧਾਂਤ ਨੂੰ ਕਹਿੰਦੇ ਪਛਾਣੀ ਪਹਿਚਾਣ ਲੈਂਦੇ ਆ, ਉਹਨਾਂ ਦੇ ਚਿੱਤ ਦੇ ਵਿੱਚ ਆ ਕਰਕੇ ਇਹ ਗੁਣ ਸਾਰੇ ਵਸ ਜਾਂਦੇ ਹਨ। ਨਾਨਕ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਉਹ ਜਿਹੜੇ ਗੁਰਮੁਖ ਪੁਰਸ਼ ਹੈ, ਨੌਵੇਂ ਨਾਨਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਨੇ, ਹੇ ਭਾਈ ਲੀਨ ਭਇਓ ਗੋਬਿੰਦ ਸਿਉ। ਲੀਨ ਕਹਿੰਦੇ ਨੇ ਮਿਲ ਜਾਣ ਨੂੰ, ਗੋਬਿੰਦ ਕਹਿੰਦੇ ਨੇ ਪਰਮੇਸ਼ਰ ਵਾਹਿਗੁਰੂ ਨੂੰ। ਜੋ ਪਰਮੇਸ਼ਰ ਵਾਹਿਗੁਰੂ ਹੈ, ਗੋ ਬੇਦਾਂ ਨੂੰ ਕਹਿੰਦੇ ਆ ਤੇ ਬਿੰਦ ਜਾਣਨ ਨੂੰ ਕਹਿੰਦੇ ਆ। ਜੋ ਬੇਦਾਂ ਕਰਕੇ ਜਾਣਿਆ ਜਾਂਦਾ, ਵੇਦ ਗਿਆਨ ਨੂੰ ਕਹਿੰਦੇ ਆ, ਬਿੰਦ ਜਾਣਨ ਨੂੰ ਕਹਿੰਦੇ ਆ। ਜੋ ਗਿਆਨ ਕਰਕੇ, ਆਤਮਿਕ ਗਿਆਨ ਕਰਕੇ, ਬ੍ਰਹਮ ਗਿਆਨ ਕਰਕੇ, ਗੁਰਬਾਣੀ ਦੇ ਗਿਆਨ ਕਰਕੇ ਜਿਸ ਪਰਮੇਸ਼ਰ ਨੂੰ ਜਾਣਿਆ ਜਾਂਦਾ ਹੈ, ਉਹ ਜੋ ਗੋਬਿੰਦ ਪਰਮੇਸ਼ਰ ਹੈ ਵਾਹਿਗੁਰੂ, ਲੀਨ ਭਇਓ ਗੁਰਮੁਖ ਜਨ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲ ਜਾਂਦੇ ਆ। ਕਿਸ ਤਰ੍ਹਾਂ ਮਿਲ ਜਾਂਦੇ ਆ? ਗੁਰਦੇਵ ਜੀ ਕਹਿੰਦੇ ਜਿਉਂ ਪਾਣੀ ਸੰਗ ਪਾਣੀ, ਜਿਵੇਂ ਭਾਈ ਪਾਣੀ ਦੇ ਨਾਲ ਕਹਿੰਦੇ ਪਾਣੀ ਮਿਲ ਜਾਂਦਾ, ਜਿਵੇਂ ਬੂੰਦ ਬੂੰਦ ਦੇ ਵਿੱਚ ਸਮਾ ਜਾਂਦੀ ਹੈ, ਤੇ ਜਿਸ ਪ੍ਰਕਾਰ ਕਹਿੰਦੇ ਤਰੰਗ ਸਾਗਰ 'ਚ ਸਮਾ ਜਾਂਦੀ ਹੈ, ਇਸ ਤਰ੍ਹਾਂ ਉਹ ਜਿਹੜੇ ਗੁਰਮੁਖ ਜਨ ਹੈ, ਪੂਰਨ ਪੁਰਖ ਮਹਾਤਮਾ, ਜਿਨ੍ਹਾਂ ਨੇ ਗੁਰੂ ਕੇ ਇਹਨਾਂ ਬਚਨਾਂ ਨੂੰ ਕਮਾਇਆ, ਇਹਨਾਂ ਬਚਨਾਂ ਨੂੰ ਸੁਣ ਮੰਨ ਕੇ ਅਮਲ ਦੇ ਵਿੱਚ ਲੈ ਕਰਕੇ ਆਂਦਾ, ਇਹਨਾਂ ਬਚਨਾਂ ਦੀ ਸ਼ਬਦ ਦੀ ਕਮਾਈ ਕੀਤੀ ਹੈ ਨਾ, ਉਹ ਗੁਰੂ ਦੇ ਨਾਲ ਆਏ ਮਿਲ ਜਾਂਦੇ ਆ। ਜਿਸ ਪ੍ਰਕਾਰ ਕਹਿੰਦੇ ਭਾਈ ਪਾਣੀ ਦੇ ਨਾਲ ਕਹਿੰਦੇ ਪਾਣੀ ਮਿਲ ਜਾਂਦਾ, ਜਿੱਦਾਂ ਬੂੰਦ ਪਾਣੀ 'ਚ ਮਿਲ ਜਾਂਦੀ ਹੈ, ਜਲ ਦੀ ਤਰੰਗ ਪਾਣੀ 'ਚ ਮਿਲ ਜਾਂਦੀ ਹੈ, ਇਸ ਪ੍ਰਕਾਰ ਉਹਨਾਂ ਗੁਰਮੁਖ ਜਨਾਂ ਦਾ ਪਿਆਰੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਂਦਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਾਵਨ ਸ਼ਬਦ ਦੇ ਦੁਆਰਾ, ਪਾਵਨ ਮੁਖ ਵਾਕ ਦੇ ਦੁਆਰਾ ਆਪਣੇ ਸਾਰਿਆਂ ਤਾਈਂ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਗੁਰੂ ਕੇ ਇਹਨਾਂ ਪਾਵਨ ਉਪਦੇਸ਼ਾਂ ਨੂੰ ਜੀਵਨ ਅੰਤਰ ਸੁਣ ਮੰਨ ਕੇ ਕਮਾਉਣ ਦਾ ਯਤਨ ਕਰੀਏ, ਤਾਂ ਜੋ ਆਪਣਾ ਸਭਨਾਂ ਦਾ ਜੀਵਨ ਕਰਤਾਰਥ ਹੋ ਜਾਵੇ। ਸਾਹਿਬ ਜੀ ਕਿਰਪਾ ਕਰਨ, ਆਪਣੇ ਸਾਰਿਆਂ ਤਾਈਂ ਐਸਾ ਬਲ ਬਖਸ਼ਿਸ਼ ਕਰਨ। ਦਸਰੇ ਪਾਸੋਂ ਪਾਵਨ ਗੁਰ ਸ਼ਬਦ ਨੂੰ ਵਿਚਾਰਦੇ ਆ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਦਾਸ ਖਿਮਾ ਦਾ ਜਾਚਕ ਹੈ। ਆਪ ਗੁਰ ਸੰਗਤ ਬਖਸ਼ਣਹਾਰ ਹੋ, ਅਣਜਾਣ ਸੇਵਕ ਜਾਣ ਕਰਕੇ ਬਖਸ਼ ਲੈਣਾ। ਸਰਬੱਤ ਮਾਈ ਭਾਈ ਸੰਗਤਾਂ ਅਸੀਸ ਬਖਸ਼ਿਸ਼ ਕਰਨੀ। ਸੋ ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਆ ਪਿੰਡ ਸਭ ਤੁਮ ਮਾਤ ਪਿਤਾ ਹਮ। ਤੁਮਰੀ ਕਿਰਪਾ ਮਹਿ ਕੋਇ ਨ ਜਾਣੈ। ऊंचे ते ऊंच सगल समगरी तुमरे, तुम ते हो